गुरु जी ने साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो सतगुरु गुरबाणी गुरु राही आपां नूं उपदेश बख्शिश कर रही, सतगुरु सानूं समझाउंदे परमात्मा नूं निरंकार नूं मिलण वास्ते साडी जिहड़ी सुरती है, साडा मन उन्हें श्रृंगार करना है अपने पति परमेश्वर दे नाल मिलाप वास्ते। महाराज सच्चे पातशाह फरमाउंदे कि ओ श्रृंगार मिलन के ताई, परमात्मा नूं मिलण वास्ते, मालक नूं मिलण वास्ते। हुण इह श्रृंगार किवें हुंदा है, ਉਹਦੇ वास्ते गुरु की मत जो साडी सुरती ने लैनी, साडे मन ने लैनी, बई असीं किहड़ा श्रृंगार करिए, किहड़े असीं गुण धारण करिए, जिहड़ा साडा पति परमेश्वर साडे दे तुठ जावे ते साडे नाल उहदा मिलाप हो जावे। ਉਹ फिर जिन्हां ने श्रृंगार किया, जिन्हां दा मिलाप होया, उन्हां नूं गुरबाणी गुरु विच गुरमुख ते उन्हां नूं सुहागणा आखी। उन्हां सुहागणा तो फिर आपां पुछदे मारे फरमाउंदे, पुछो जाई सुहागणी, तुसी रावे आ किन्नी गुणी, भी तुसी किहड़े गुण धारण कीते, किहड़ा श्रृंगार कीता, किवें मालक नाल तुहाडा मिलाप होया। ਉਹ फिर आपां नूं दसदे सहज श्रृंगार बनाईए, मिठा बोलणी भी सहज वाला श्रृंगार कीता। साडी सुरती ने सहज विच रहना शुरू कीता, ये मन दा श्रृंगार। एक हुंदा है तन दा श्रृंगार,
ਜਿਹੜਾ ਮਾਇਆ ਨੂੰ ਖੁਸ਼ ਕਰਨ ਵਾਸਤੇ ਕੀਤਾ ਜਾਂਦਾ। ਜਿਵੇਂ ਸਾਡੀ ਸੁਰਤੀ ਵਾਸਤੇ ਦੋ ਕੱਪੜੇ, ਇੱਕ ਕੱਪੜਾ ਹੈ ਮਾਇਆ ਦਾ। ਜਦੋਂ ਇਹਨੇ ਮਾਇਆ ਦਾ ਕੱਪੜਾ ਚੜਾਇਆ ਹੁੰਦਾ, ਇਹਦੇ 'ਤੇ ਲੋਭ ਦਾ ਰੰਗ ਚੜ੍ਹਿਆ। ਜਦੋਂ ਇਹਦੇ 'ਤੇ ਲੋਭ ਦਾ ਰੰਗ ਚੜ੍ਹਿਆ, ਉਹ ਸਾਡੇ ਕੰਤ ਨੂੰ, ਸਾਡੇ ਪਤੀ ਨੂੰ ਭਾਉਂਦਾ ਨਹੀਂ। ਮਾਰੇ ਫਰਮਾਉਂਦੇ ਤਨ ਮਾਇਆ ਪਾਇਆ ਲੀਤੜਾ ਪਿਆਰੀ, ਲੱਭ ਰੰਗਾਈ ਮੇਰੇ ਕੰਤ ਨਾ ਭਾਵੇ ਝੋਲੜਾ ਪਿਆਰੀ, ਕਿਉਂ ਧਨ ਛਿਜੀ ਜਾਏ। ਬਈ ਇਹ ਸਾਡੇ ਕੰਤ ਨੂੰ, ਪਤੀ ਨੂੰ ਇਹ ਮਾਇਆ ਵਾਲਾ ਲਿਬਾਸ ਪਾਉਂਦਾ ਨਹੀਂ ਜਦੋਂ ਲੋਭ ਦਾ ਰੰਗ ਚੜ੍ਹਿਆ ਹੁੰਦਾ ਸੀ। ਸੋ ਆਪਾਂ ਨੂੰ ਫਿਰ ਦੱਸਦੇ ਵੀ ਤੁਸੀਂ ਇਹ ਜਿਹੜਾ ਮਾਇਆ ਦਾ ਰੰਗ, ਇਹਨੂੰ ਕੱਚਾ ਰੰਗ ਕਹਿੰਦੇ, ਕਸੰਭ ਦਾ ਰੰਗ, ਥੋੜ੍ਹੇ ਸਮੇਂ ਵਾਸਤੇ ਰਹਿੰਦਾ, ਸਦਾ ਨਹੀਂ ਰਹਿੰਦਾ। ਇਸੇ ਤਰ੍ਹਾਂ ਹੀ ਇਹ ਮਾਇਆ ਦੇ ਰੰਗ ਨੇ, ਸੰਸਾਰ ਦੇ ਕੁਝ ਸਮੇਂ ਵਾਸਤੇ, ਸਦਾ ਰਹਿਣ ਵਾਲੇ ਨਹੀਂ। ਮਾਰੇ ਸੱਜੇ ਪਾਤਸ਼ਾਹ ਕਹਿੰਦੇ ਕੱਚਾ ਰੰਗ ਕਸੰਭ ਕਾ ਥੋੜੜੇ ਆਉਂਦੇ ਨੇ ਚਾਰ। ਵੀ ਇਹ ਕੱਚਾ ਰੰਗ ਕਸੰਭ ਦਾ ਥੋੜ੍ਹੇ ਸਮੇਂ ਵਾਸਤੇ, ਮਾਇਆ ਦੇ ਰੰਗ ਥੋੜ੍ਹੇ ਸਮੇਂ ਲਈ, ਸਦਾ ਨਹੀਂ ਰਹਿੰਦੇ, ਇਹਨਾਂ ਵਿੱਚ ਬਦਲਾਅ ਆਉਂਦਾ ਰਹਿੰਦਾ। ਹੁਣ ਮਨ ਨੂੰ ਫਿਰ ਕਹਿੰਦੇ ਸਾਡੀ ਸੁਰਤੀ ਨੂੰ ਵੀ ਤੂੰ ਪੱਕਾ ਰੰਗ ਚੜਾ, ਮਜੀਠ ਦਾ ਰੰਗ ਚੜਾ। ਜਿਹੜਾ ਰੰਗ ਇੱਕ ਵਾਰ ਸਾਡੇ 'ਤੇ ਚੜ੍ਹ ਗਿਆ, ਉਹ ਰੰਗ ਲੈਂਦਾ ਨਹੀਂ। ਜਿਹੜੇ ਮਾਇਆ ਦੇ ਰੰਗ ਨੇ, ਇਹ ਚੜ੍ਹਦੇ ਤੇ ਲੈਂਦੇ ਰਹਿੰਦੇ, ਚੜ੍ਹਦਾ ਵੀ ਛੇਤੀ ਹੈ ਅਤੇ ਉਤਰਦਾ ਵੀ ਛੇਤੀ। ਮਜੀਠ ਦਾ ਰੰਗ ਜਿਹੜਾ, ਉਹ ਇੱਕ ਵਾਰ ਸਾਡੇ 'ਤੇ ਚੜ੍ਹ ਗਿਆ, ਉਹ ਲੈਣਾ ਨਹੀਂ, ਉਹ ਪੱਕਾ ਰੰਗ। ਹੁਣ ਇਹ ਸੰਸਾਰ ਦੇ ਜਿਹੜੇ ਰੰਗ, ਮਾਇਆ ਦੇ, ਇਹ ਰੰਗ ਫਿੱਕੇ। ਹੁਣ ਮਨ ਨੇ ਇਹ ਰੰਗ ਚੜ੍ਹਾਇਆ ਹੋਇਆ ਸਾਡੀ ਸੁਰਤੀ ਨੇ ਮਾਇਆ ਦਾ। ਜਿਵੇਂ ਕਿਸੇ ਨੂੰ ਸੰਸਾਰ ਦੇ ਰਾਜ ਭਾਗ ਦਾ ਰੰਗ, ਕਿਸੇ ਅਹੁਦੇ ਦਾ ਰੰਗ, ਕਿਸੇ ਨੂੰ ਮਾਲ ਦਾ ਰੰਗ, ਵੀ ਮੇਰੇ ਕੋਲ ਧਨ ਦੌਲਤ ਬਹੁਤ, ਉਹਦਾ ਰੰਗ, ਕਿਸੇ ਨੂੰ ਆਪਦੀ ਉੱਚੀ ਜਾਤ ਦਾ ਰੰਗ। ਜਾਣੀ ਦੀ ਇੱਦਾਂ ਜੀਵ ਨੂੰ ਇਹ ਮਾਇਆ ਦੇ ਰੰਗ ਚੜ੍ਹੇ ਅਤੇ ਇਹ ਰੰਗ ਉਤਰ ਜਾਂਦੇ। ਇਹ ਰੰਗ ਝੂਠੇ ਨੇ। ਜੇ ਫਿਰ ਮਨ ਨੇ ਇਹੋ ਰੰਗ ਚੜ੍ਹਾਈ ਰੱਖੇ ਆ, ਅਤੇ ਫਿਰ ਜਦੋਂ ਇੱਥੋਂ ਜਾਂਦਾ, ਇਹ ਬੇਇੱਜ਼ਤ ਹੋ ਕੇ ਜਾਂਦਾ, ਬੇਪੱਤ ਹੋ ਕੇ ਜਾਂਦਾ, ਕਿਉਂਕਿ ਇਹ ਰੰਗ ਲੈ ਜਾਂਦੇ, ਝੂਠੇ ਨੇ। ਜਿਸ ਵਰਤਾਏ ਮਾਰੇ ਫਰਮਾਉਂਦੇ ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਈ, ਬਿਨ ਨਾਮੇ ਪਤ ਗਿਆ ਗਵਾਈ। ਇਹ ਨਾਮ ਤੋਂ ਬਿਨਾਂ ਇਹ ਮਨ ਦੀ ਇੱਜ਼ਤ ਬਾਤ ਰਹਿੰਦੀ ਕੋਈ ਨਹੀਂ। ਇਹ ਰੰਗ ਜਿਹੜੇ ਰਾਜ ਦਾ, ਮਾਲ ਦਾ, ਇਹ ਰੰਗ ਉਤਰ ਜਾਂਦੇ, ਕਿਉਂਕਿ ਇਹ ਸਾਰਾ ਕੁਛ ਇੱਥੇ ਹੀ ਰਹਿ ਜਾਂਦਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਜਿਹਦੇ ਅੰਦਰ ਇਹ ਅਭਿਮਾਨ ਹੈ ਮਾਇਆ ਦਾ, ਝੂਠਾ ਰਾਜ ਦਾ ਅਭਿਮਾਨ ਕਰਾ ਦਿੱਤਾ, ਅਤੇ ਅੱਗੇ ਫਿਰ ਸਜ਼ਾ ਦੇ ਕੇ ਇਹਨੂੰ ਗਾਂ ਕੂਕਰ ਦੀ ਜੂਨ ਦੇ ਵਿੱਚ ਭੇਜ ਦਿੰਦੀ। ਮਾਰੇ ਕਹਿੰਦੇ ਜਿਸ ਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਮਾਨ। ਬਈ ਉਹਨੇ ਸਿੱਧਾ ਹੀ ਰਾਜੇ ਤੋਂ ਅੱਗੇ ਕੁੱਤੇ ਦੀ ਜੂਨ 'ਚ ਜਾ ਵੜਨਾ।
ਹੁਣ ਇਹ ਰੰਗ ਸੀ ਜਿਹੜਾ ਝੂਠਾ ਸੀ ਲੱਥ ਗਿਆ ਤੇ ਅੱਗੇ ਆਕਾਰ ਮਿਲ ਗਿਆ ਕੁੱਕਰ ਦਾ। ਜੇ ਹੁਣ ਜੀਵ ਨੂੰ ਰੰਗ ਚੜ੍ਹ ਗਏ ਜਾਤ ਦਾ, ਬਈ ਸਾਡੀ ਜਾਤ ਬੜੀ ਉੱਚੀ, ਦੂਸਰੇ ਦੀ ਜਾਤ ਨੀਵੀਂ, ਸਾਡੇ ਕੋਲ ਧਨ ਬੜਾ, ਸਾਡੇ ਕੋਲ ਭੂਮ ਬੜੀ, ਜ਼ਮੀਨ ਜਾਇਦਾਦ ਬੜੀ, ਉਹਦਾ ਹੰਕਾਰ। ਇਹ ਸਤਿਗੁਰੂ ਕਹਿੰਦੇ ਵੀ ਇਹਦੇ ਵਿੱਚ ਫਿਰ ਠੱਗਿਆ ਗਿਆ, ਮਾਇਆ ਨੇ ਇਸ ਨੂੰ ਠੱਗ ਲਿਆ ਮਨ ਨੂੰ, ਤੇ ਇਹਦੇ 'ਤੇ ਝੂਠਾ ਰੰਗ ਚੜ੍ਹ ਗਿਆ। ਤੇ ਜਦੋਂ ਇਹ ਰੰਗ ਉਤਰੇਗਾ ਤੇ ਉਤਰਨਾ ਜਿੰਨਾ ਸਮਾਂ ਇਹ ਗੁਰੂ ਦੀ ਮੱਤ ਨਹੀਂ ਲੈਂਦਾ ਇਹ ਰੰਗ ਉਤਰਦਾ ਨਹੀਂ। ਤੇ ਜੇ ਇਹਨੇ ਨਾ ਮੱਤ ਲਈ ਇਹਦਾ ਸਮਾਂ ਖਤਮ ਹੋ ਜਾਣਾ। ਇਸੇ ਤਰ੍ਹਾਂ ਹੀ ਹਉਮੈ ਹੰਕਾਰ ਦੇ ਵਿੱਚ ਹੀ ਇਹਦਾ ਸਮਾਂ ਬਤੀਤ ਹੋ ਜਾਏਗਾ ਤੇ ਅੱਗੇ ਫਿਰ ਵਾਪਸ ਆਕਾਰਾਂ ਦੇ ਵਿੱਚ ਚਲਾ ਜਾਏਗਾ। ਇਸ ਲਈ ਮਹਾਰਾਜ ਕਹਿੰਦੇ ਰਾਜ, ਮਾਲ, ਰੂਪ, ਜਾਤ, ਜੋਬਨ, ਇਹ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ। ਸਤਿਗੁਰੂ ਕਹਿੰਦੇ ਵੀ ਇਹਦੇ ਵਿੱਚ ਜੀਵ ਠੱਗੇ ਗਏ। ਕੋਈ ਰਾਜ ਦੇ ਵਿੱਚ ਠੱਗਿਆ ਗਿਆ, ਕੋਈ ਮਾਲ ਦੇ ਵਿੱਚ, ਕੋਈ ਰੂਪ ਦੇ ਵਿੱਚ, ਕੋਈ ਜਾਤ ਦੇ ਵਿੱਚ, ਕੋਈ ਜੋਬਨ ਦੇ ਵਿੱਚ। ਇਸ ਤਰ੍ਹਾਂ ਮਹਾਰਾਜ ਕਹਿੰਦੇ ਬਈ ਇਹ ਮਨ ਨੂੰ ਠੱਗ ਲਿਆ ਇਹਨੇ, ਮਾਇਆ ਨੇ। ਤੇ ਜੇ ਇਹ ਠੱਗਿਆ ਗਿਆ ਇਹਦੇ 'ਤੇ ਇਹ ਰੰਗ ਚੜ੍ਹ ਗਿਆ ਤੇ ਇਹਨੂੰ ਕਹਿੰਦੇ ਫਿਰ ਇਹ ਮਾਇਆ ਦਾ ਰੰਗ, ਕੁਸੁੰਭ ਦਾ ਰੰਗ, ਕੱਚਾ ਰੰਗ। ਤੇ ਇਹ ਰੰਗ ਜਦੋਂ ਮਨ ਦੇ ਉੱਤੇ ਚੜ੍ਹਿਆ ਹੁੰਦਾ ਉਦੋਂ ਗੁਰਬਾਣੀ ਗੁਰੂ ਵਿੱਚ ਇਹਨੂੰ ਮਨਮੁਖ ਕਹਿੰਦੀ, ਇਹਨੂੰ ਸਾਖਤ ਕਹਿੰਦੇ, ਇਹਨੂੰ ਅੰਧ ਗਿਆਨੀ ਕਹਿੰਦੇ, ਇਹਨੂੰ ਮੂਰਖ ਕਹਿੰਦੇ। ਬਈ ਤੂੰ ਘਮਾਣ ਹੰਕਾਰ ਕਰਦਾ ਤੇ ਕਰਦਾ ਕਾਹਦਾ? ਜੇ ਤੂੰ ਧਨ ਦਾ ਕਰਦਾ ਹੈ, ਭੂਮ ਦਾ ਕਰਦਾ ਹੈ, ਤੂੰ ਬਹੁਤ ਵੱਡਾ ਕਹਿੰਦੇ ਅੰਧ ਗਿਆਨੀ। ਮਹਾਰਾਜ ਕਹਿੰਦੇ ਧਨ ਭੂਮ ਕਾ ਜੋ ਕਰੇ ਘਮਾਨ, ਸੋ ਮੂਰਖ ਅੰਧਾ ਗਿਆਨ। ਬਈ ਅੰਧ ਗਿਆਨੀ ਹੈ, ਮੂਰਖ ਹੈ, ਬਈ ਝੂਠੇ ਧਨ ਦਾ ਹੀ ਘਮੰਡ ਕਰੀ ਜਾਂਦਾ, ਭੂਮ ਦਾ, ਜ਼ਮੀਨ ਦਾ ਹੀ ਘਮੰਡ ਕਰੀ ਜਾਂਦਾ। ਇਸ ਵਾਸਤੇ ਜਦੋਂ ਤਾਂ ਫਿਰ ਇੱਧਰ ਘਮੰਡ ਦੇ ਵਿੱਚ ਚੱਲਦਾ, ਹਉਮੈ ਹੰਕਾਰ ਵਿੱਚ ਚੱਲਦਾ, ਉਦੋਂ ਇਹਨੂੰ ਕਹਿੰਦੇ ਵੀ ਇਹ ਠੱਗਿਆ ਹੋਇਆ ਮਾਇਆ ਦਾ। ਤੇ ਇਹਦੇ ਉੱਤੇ ਜਿਹੜੇ ਰੰਗ ਚੜ੍ਹੇ ਆ ਇਹ ਮਾਇਆ ਦਾ ਰੰਗ ਚੜ੍ਹੇ ਆ, ਕੱਚਾ ਰੰਗ, ਕੁਸੁੰਭ ਦਾ ਰੰਗ ਚੜ੍ਹੇ। ਜਦੋਂ ਇਹ ਰੰਗ ਸਾਡੇ ਮਨ 'ਤੇ ਚੜ੍ਹਿਆ ਹੁੰਦਾ ਅਸੀਂ ਆਪਦੇ ਪਤੀ ਪਰਮੇਸ਼ਰ ਨੂੰ ਭਾਉਂਦੇ ਨਹੀਂ। ਇਹ ਰੰਗ ਚੜ੍ਹਿਆ ਹੋਇਆ ਸਾਡੇ ਮਾਲਕ ਨੂੰ ਚੰਗਾ ਨਹੀਂ ਲੱਗਦਾ, ਫਿਰ ਅਸੀਂ ਉਹਨੂੰ ਨਹੀਂ ਭਾ ਸਕਦੇ। ਸਾਡੇ 'ਤੇ ਮਾਲਕ ਦੇ ਵਿੱਚ ਇਹ ਦੀਵਾਰ ਖੜੀ ਹੋ ਗਈ, ਵਿੱਚ ਭਰਮ ਦਾ ਪਰਦਾ ਖੜਾ ਹੋ ਗਿਆ ਵਿੱਚ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਇਹ ਰੰਗ ਚੜ੍ਹਿਆ ਹੁੰਦਾ ਮਨ 'ਤੇ ਲੋਭ ਦਾ, ਮਾਇਆ ਦਾ, ਫਿਰ ਇਹ ਭੱਜਿਆ ਹੀ ਫਿਰਦਾ ਲੋਭ ਦੇ ਵਿੱਚ, ਲੋਭੀ ਹੋਇਆ ਦਿਨ ਰਾਤ ਦੀ ਦੌੜ ਲੋਭ ਦੇ ਵਿੱਚ। ਬਈ ਮੈਂ ਇੱਧਰੋਂ ਵੀ ਇਕੱਠਾ ਕਰ ਲਾਂ, ਮੈਂ ਉੱਧਰੋਂ ਵੀ ਇਕੱਠਾ ਕਰ ਲਾਂ, ਮੈਂ ਜਿਹੜਾ ਸਾਹਮਣੇ ਆਇਆ ਉਹਦਾ ਹੱਕ ਮਾਰ ਲਾਂ। ਜਿਨ੍ਹਾਂ ਦੇ ਅੰਦਰ ਫਿਰ ਇਹ ਲੋਭ ਪਰਵਲ ਹੋ ਗਿਆ, ਲੋਭ ਲਹਿਰ ਕਹਿੰਦੇ, ਇਹਨੂੰ ਹਲਕ ਕਹਿੰਦੇ। ਜਿਵੇਂ ਆਪਾਂ ਦੇਖਦੇ ਵੀ ਕੁੱਤਾ ਹਲਕ ਜਾਂਦਾ, ਜਦੋਂ ਹਲਕ ਜਾਂਦਾ ਹੈ ਉਹਦੇ ਅੰਦਰ ਇੱਕ ਲਹਿਰ ਚੱਲਦੀ। ਹਲਕ ਜਦੋਂ ਉਹਨੂੰ ਚੜ੍ਹਦਾ ਫਿਰ ਉਹਨੂੰ ਆਪਣੇ ਤੇ ਪਰਾਏ ਦੀ ਪਹਿਚਾਣ ਭੁੱਲ ਜਾਂਦੀ। ਜਦੋਂ ਹਲਕ ਜਾਂਦਾ ਇੱਕ ਥਾਂ 'ਤੇ ਰੁਕਦਾ ਨਹੀਂ, ਉਹ ਭੱਜਾ ਫਿਰਦਾ। ਅਤੇ ਜਿਹੜਾ ਵੀ ਉਹਦੇ ਸਾਹਮਣੇ ਆ ਜਾਵੇ ਫਿਰ ਉਹਨੂੰ ਹੀ ਵੱਢਦਾ, ਚਾਹੇ ਉਹ ਆਪਣਾ ਹੈ ਚਾਹੇ ਉਹ ਬੇਗਾਨਾ ਕੋਈ ਪਰਾਇਆ ਹੈ। ਉਹਨੂੰ ਆਪਣੇ ਪਰਾਏ ਦੀ ਵੀ ਪਹਿਚਾਣ ਨਹੀਂ ਰਹਿੰਦੀ। ਉਹੀਓ ਹਾਲਤ ਮਨਮੁਖ ਜੀਵ ਦੀ ਹੈ
ਜਿਹੜਾ ਲੋਭੀ ਹੋਇਆ। ਮਾਰੇ ਕਹਿੰਦੇ ਜਿਉਂ ਕੂਕਰ ਹਲਕਾਇਆ ਧਾਵੇ, ਦਹਿ ਦੇ ਸਜਾਈ ਲੋਭੀ ਜੰਤ ਨ ਜਾਣਨੀ, ਭਖ ਭਖ ਸਭ ਖਾਈ। ਬਈ ਜਿਹਦੇ ਤੇ ਲੋਭ ਦਾ ਰੰਗ ਚੜ੍ਹ ਗਿਆ ਉਹਨੇ ਟਿਕਣਾ ਨਹੀਂ, ਉਹਨੇ ਰੁਕਣਾ ਨਹੀਂ, ਉਹਨੇ ਉਹ ਹਲਕੇ ਹੋਏ ਕੁੱਤੇ ਦੀ ਵਾਂਗੂ ਭੱਜੇ ਹੀ ਫਿਰਨਾ। ਨਾ ਉਹ ਦਿਨੇ ਰੁਕੇ, ਨਾ ਉਹ ਰਾਤ ਨੂੰ ਰੁਕੇ, ਵਿਚਾਰਾਂ 'ਚ ਫੁਰਨਿਆਂ 'ਚ ਉਹਨੇ ਭੱਜਿਆ ਹੀ ਫਿਰਨਾ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਇਹ ਹਲਕ ਚੜ੍ਹ ਗਏ, ਜਿਨ੍ਹਾਂ ਨੂੰ ਇਹ ਲੋਭ ਨੂੰ ਸਵਾਨ ਕਹਿੰਦੇ, ਸਵਾਨ ਕਹਿੰਦੇ ਕੁੱਤੇ ਨੂੰ, ਜਿਨ੍ਹਾਂ ਦੇ ਅੰਦਰ ਫਿਰ ਇਹ ਲੋਭ ਲਹਿਰ ਪ੍ਰਬਲ ਹੋ ਗਈ, ਉਹਨਾਂ ਨੂੰ ਪਰਮਾਤਮਾ ਨੂੰ ਹੀ ਚੇਤੇ ਰਹਿੰਦਾ, ਉਹ ਮਾਲਕ ਨੂੰ ਭੁੱਲੇ ਹੀ ਰਹਿੰਦੇ ਹਰ ਸਮੇਂ। ਸਤਿਗੁਰੂ ਕਹਿੰਦੇ ਲੋਭ ਸਵਾਨ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਬਈ ਇਹ ਲੋਭ ਸਵਾਨ ਜਿਨ੍ਹਾਂ ਦੇ ਮਨ ਨੂੰ ਲਾਗੇ ਆ, ਉਹਨਾਂ ਨੂੰ ਪਰਮਾਤਮਾ ਵਿਸਰਿਆ ਹੋਇਆ, ਉਹਨਾਂ ਨੂੰ ਚੇਤੇ ਨਹੀਂ ਆਉਂਦਾ, ਉਹਨਾਂ ਨੂੰ ਭੁੱਲਿਆ ਹੀ ਰਹਿਣਾ। ਅਤੇ ਉਹਨਾਂ ਨੇ ਲੋਭੀ ਹੋਏ ਹੋਇਆਂ ਨੇ, ਉਹਨਾਂ ਨੇ ਸੰਸਾਰ ਦੇ ਵਿੱਚ ਉਹ ਕੂਕਰ ਦੀ ਨਿਆਈ ਹੱਕ ਮਾਰੀ ਜਾਣਾ ਦੂਸਰੇ ਦਾ, ਉਹਨਾਂ ਨੂੰ ਸਬਰ ਨਹੀਂ ਆਉਣਾ, ਸੰਤੋਖ ਨਹੀਂ ਆਉਣਾ। ਅਤੇ ਉਹ ਆਪਾਂ ਦੇਖਦੇ ਸੰਸਾਰ ਦੇ ਵਿੱਚ ਜੀਵ ਨੂੰ ਆਪਦੀ ਹੱਕ ਦੀ ਕਮਾਈ 'ਤੇ ਉਹਨੇ 'ਤੇ ਉਹਨੂੰ ਸੰਤੋਖ ਨਹੀਂ ਹੈ, ਸਬਰ ਨਹੀਂ ਹੈ। ਉਹ ਚਾਹੁੰਦਾ ਹੈ ਵੀ ਕਿਵੇਂ ਨਾ ਕਿਵੇਂ ਮੈਂ ਹੋਰ ਵੱਧ ਤੋਂ ਵੱਧ ਇਕੱਠਾ ਕਰ, ਅਤੇ ਉਹਦੇ ਵਾਸਤੇ ਫਿਰ ਉਹ ਜਿਵੇਂ ਆਪਾਂ ਦੇਖਦੇ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਹੈ, ਆਪਾਂ ਖਾਣ ਵਾਲੀ ਕੋਈ ਚੀਜ਼ ਲੈਂਦੇ ਹਾਂ, ਉਹਦੇ ਵਿੱਚ ਤਾਂ ਮਿਲਾਵਟ, ਕਿਉਂਕਿ ਜਿਹੜਾ ਉਹ ਵੇਚ ਰਿਹਾ, ਅੱਗੇ ਦੇ ਰਿਹਾ, ਉਹਦੇ ਅੰਦਰ ਲੋਭ ਹੈ ਬਈ ਮੈਂ ਵੱਧ ਤੋਂ ਵੱਧ ਹੋਰ ਕਰਨਾ। ਅਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਇਹ ਲੋਭ ਲੱਗੇ ਹੈ, ਜੇ ਅਸੀਂ ਆਖੀਏ ਵੀ ਉਹਨਾਂ ਨੂੰ ਵਾਹਿਗੁਰੂ ਚੇਤੇ ਆਏਗਾ, ਉਹਨਾਂ ਦਾ ਮਿਲਾਪ ਹੋ ਜਾਏਗਾ, ਉਹਨਾਂ ਦੇ ਹਿਰਦੇ 'ਚ ਵਸ ਜਾਏਗਾ, ਉਹਨਾਂ ਦੇ ਨਹੀਂ ਵਸਣਾ, ਕਿਉਂਕਿ ਉਹਨਾਂ ਨੂੰ ਤਾਂ ਲੋਭ ਲੱਗਿਆ ਹੋਇਆ, ਲੋਭ ਸਵਾਨ ਉਹਨਾਂ ਦੇ ਅੰਦਰ ਚੱਲ ਰਿਹਾ, ਅਤੇ ਉਹਨਾਂ ਨੂੰ ਮਾਲਕ ਚੇਤੇ ਆਉਣਾ ਹੀ ਨਹੀਂ, ਪਰਮਾਤਮਾ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਜਦੋਂ ਇਹ ਰੰਗ ਮਨ 'ਤੇ ਚੜ੍ਹਿਆ ਹੁੰਦਾ, ਇਹਨੂੰ ਕਹਿੰਦੇ ਮਾਇਆ ਦਾ ਰੰਗ, ਕੱਚਾ ਰੰਗ ਕਸੁੰਭ ਦਾ, ਕੱਚਾ ਰੰਗ ਕਸੁੰਭ ਕਾ ਥੋੜ੍ਹੜਿਆਂ ਦਿਨ ਚਾਰ। ਬਈ ਇਹ ਥੋੜ੍ਹੇ ਸਮੇਂ ਵਾਸਤੇ, ਕਿਉਂਕਿ ਜੀਵ ਸਮਝਦਾ ਅਗਿਆਨਤਾ ਦੇ ਵਿੱਚ ਵੀ ਮੈਂ ਦੂਸਰੇ ਦਾ ਹੱਕ ਮਾਰ ਕੇ ਵੀ ਮੈਂ ਆਪਦੇ ਕੋਲ ਇਕੱਠਾ ਕਰ ਲਾਂ, ਉਹਨੂੰ ਇਹ ਨਹੀਂ ਪਤਾ ਵੀ ਮੈਂ ਕਿਹੜਾ ਨਾਲ ਲੈ ਜਾਣਾ, ਉਹਨੂੰ ਇਹ ਨਹੀਂ ਪਤਾ ਵੀ ਮੈਂ ਇਕੱਠਾ ਕਰਕੇ ਮੈਂ ਰੱਖੂੰ ਕਿੱਥੇ, ਵੀ ਇਹ ਕਿਹੜਾ ਮੇਰੇ ਨਾਲ ਜਾਣਾ, ਇਹ ਤਾਂ ਇੱਥੇ ਦਾ ਇੱਥੇ ਹੀ ਰਹਿ ਜਾਣਾ ਪਏਦਾ ਪਿਆ। ਜਦੋਂ ਸਾਨੂੰ ਇਹ ਗਿਆਨ ਹੋ ਜਾਂਦਾ, ਸਾਨੂੰ ਇਹ ਸੋਝੀ ਆ ਜਾਂਦੀ ਬਈ ਇਹ ਸੰਸਾਰ ਦੇ ਵਿੱਚ ਅਸੀਂ ਸਦਾ ਨਹੀਂ ਰਹਿਣਾ, ਆਪਾਂ ਸਵੇਰੇ ਆਉਂਦੇ ਹਾਂ ਅਤੇ ਰਾਤ ਨੂੰ ਅਸੀਂ ਆਪਦੇ ਦੇਸ਼ ਨੂੰ ਵਾਪਸ ਮੁੜ ਜਾਣ, ਇੱਥੇ ਆਪਾਂ 10-12 ਘੰਟੇ ਰਹਿਣਾ, ਅਤੇ ਇਹਨੂੰ ਪਰਦੇਸ ਕਹਿੰਦੇ। ਆਪਾਂ ਪਰਦੇਸੀ ਹਾਂ, ਇਹ ਸਾਡਾ ਦੇਸ਼ ਨਹੀਂ ਹੈ। ਔਰ ਇਹ ਜਿਹੜਾ ਸਰੀਰ ਹੈ, ਸਰੀਰ ਵੀ ਇੱਥੇ ਹੀ ਆਪਾਂ ਕੱਪੜਾ ਲਾ ਜਾਂਦੇ ਹਾਂ, ਅਤੇ ਇਹਦੇ ਨਾਲ ਜਿਹੜੀਆਂ ਅਸੀਂ ਸੁੱਖ ਸਹੂਲਤਾਂ ਇਕੱਠੀਆਂ ਕਰਦੇ ਹਾਂ ਉਹ ਵੀ ਨਹੀਂ ਇੱਥੋਂ ਕੁਛ ਨਾਲ ਲੈ ਕੇ ਜਾ ਸਕਦੇ। ਇੱਕ ਸੂਈ ਤੱਕ ਵੀ ਆਪਾਂ ਇੱਥੋਂ ਨਾਲ ਨਹੀਂ ਲੈ ਜਾ ਸਕਦੇ, ਕਿਉਂਕਿ ਆਪਾਂ ਇਹ ਸਰੀਰ ਨੂੰ ਛੱਡ ਕੇ ਆ ਖਾਲੀ ਖਲਾ 'ਚ ਵੱਸਦੇ ਹਾਂ। ਇੱਥੇ ਆ ਜਿਹੜਾ ਧਰਤੀ ਤੋਂ ਅਸਮਾਨ ਤੱਕ ਇਹ ਆਪਣਾ ਘਰ ਹੈ, ਇੱਥੋਂ ਪਰਲੋਕ ਸ਼ੁਰੂ ਹੋ ਜਾਂਦਾ। ਔਰ ਇਹ ਸਰੀਰ ਨੂੰ ਆਪਾਂ ਛੱਡ ਕੇ ਇੱਥੇ ਖਾਲੀ ਖਲਾ 'ਚ ਵੱਸਣਾ, ਇੱਥੇ ਚੱਲਣਾ, ਅਤੇ ਇੱਥੇ ਖਾਲੀ ਖਲਾ 'ਚ ਆਪਾਂ ਇਹ ਦ੍ਰਿਸ਼ਟਮਾਨ ਕੋਈ ਚੀਜ਼ ਖੜੀ ਨਹੀਂ ਕਰ ਸਕਦੇ। ਇੱਕ ਸੂਈ ਵੀ ਆਪਾਂ ਇੱਥੇ ਰੱਖਣ ਦੀ ਕੋਸ਼ਿਸ਼ ਕਰੀਏ, ਉਹ ਬਿਨਾਂ ਆਸਰੇ ਤੋਂ ਖੜੇਗੀ ਨਹੀਂ, ਉਹ ਥੱਲੇ ਡਿੱਗ ਪਏਗੀ। ਔਰ ਇਸੇ ਤਰ੍ਹਾਂ ਹੀ ਅਸੀਂ ਇੱਥੋਂ ਕੋਈ ਵੀ ਵਸਤੂ ਜਿਹੜੀ ਇੱਥੋਂ ਨਾਲ ਲਿਜਾ ਨਹੀਂ ਸਕਦੀ, ਸਭ ਇੱਥੇ ਦਾ ਇੱਥੇ ਹੀ ਰਹਿ ਜਾਂਦੇ, ਧਰੇ ਦਾ ਧਰੇ ਹੀ ਰਹਿ ਜਾਂਦਾ ਇੱਥੇ। ਅਤੇ ਮਨ ਨੂੰ ਫਿਰ ਕਹਿੰਦੇ ਵੀ ਤੂੰ ਕਿਉਂ ਮੂਰਖ ਬਣਿਆ ਹੈ, ਤੂੰ ਕਾਹਦਾ ਮਾਣ ਕਾਹਦਾ ਹੰਕਾਰ ਕਰਦਾ। ਫਿਰ ਮਨਮੁਖ
ਇਹ ਜ਼ਿਆਦਾ ਦੂਸਰਿਆਂ ਦਾ ਹੱਕ ਮਾਰ ਕੇ ਇਕੱਠਾ ਕਰਕੇ ਫਿਰ ਹੰਕਾਰੀ ਵੀ ਹੋ ਜਾਂਦਾ। ਲੋਭੀ ਤਾਂ ਹੈਗਾ ਹੀ ਹੈਗਾ, ਨਾਲ ਹੰਕਾਰੀ ਵੀ ਹੋ ਜਾਂਦਾ। ਦੂਸਰੇ ਨੂੰ ਕਹਿੰਦਾ ਵੀ ਇਹ ਮੂਰਖ ਹੈ ਅਤੇ ਮੈਂ ਸਿਆਣਾ ਬਹੁਤ ਹਾਂ, ਮੈਂ ਬਹੁਤ ਇਕੱਠਾ ਕਰ ਲਿਆ ਇੰਨਾ ਜ਼ਿਆਦਾ। ਦੂਸਰੇ ਨੂੰ ਕਮਲਾ ਕਹਿੰਦਾ ਵੀ ਇਹ ਕਮਲਾ ਹੀ ਹੈ, ਇਹਦੇ ਕੋਲ ਪੱਲੇ ਕੁਛ ਹੈ ਨਹੀਂ, ਅਤੇ ਮੈਂ ਇੰਨਾ ਸਿਆਣਾ, ਮੈਂ ਇੰਨਾ ਇਕੱਠਾ ਕਰ ਲਿਆ। ਅਤੇ ਸਤਿਗੁਰੂ ਕਹਿੰਦੇ ਵੀ ਤੂੰ ਕਾਹਦਾ ਹੰਕਾਰ, ਕਾਹਦਾ ਮਾਣ ਕਰਦਾ ਵੀ ਇੱਥੋਂ ਤੂੰ ਕੁਛ ਨਾਲ ਲਿਜਾ ਨਹੀਂ ਸਕਦਾ। ਇਹ ਜਿਹੜਾ ਸਰੀਰ ਹੈ ਇਹ ਤੈਨੂੰ ਛੱਡਣਾ ਹੀ ਪੈਣਾ। ਇਹ ਨਹੀਂ ਵੀ ਤੂੰ ਇਹਨੂੰ ਛੱਡਣਾ ਨਹੀਂ ਹੈ, ਤੂੰ ਇੱਥੇ ਪੱਕਾ ਰਹਿਣਾ, ਤੂੰ ਪੱਕਾ ਵੀ ਨਹੀਂ ਇੱਥੇ ਰਹਿ ਸਕਦਾ। ਅਤੇ ਜਦੋਂ ਤੈਨੂੰ ਇਸ ਸਰੀਰ ਦੇ ਵਿੱਚੋਂ ਕੱਢ ਦਿੱਤਾ ਫਿਰ ਤੂੰ ਇੱਥੇ ਵਾਪਸ ਆਉਣਾ ਕੋਈ ਨਹੀਂ। ਅਤੇ ਤੂੰ ਇਕੱਠਾ ਦਾ ਤਾਂ ਕਰ ਬਈ ਮੈਂ ਕੁਛ ਇੱਥੇ ਰੱਖ ਜਾਂਦਾ ਇਕੱਠਾ ਕਰਕੇ, ਕੁਝ ਵਰਤ ਲੈਣਾ ਅਤੇ ਕੁਝ ਫਿਰ ਦੁਬਾਰਾ ਹੁਣ ਫਿਰ ਵਰਤ ਲੂੰ। ਜਦੋਂ ਤੂੰ ਦੁਬਾਰਾ ਆਉਣਾ ਨਹੀਂ ਤੈਨੂੰ ਇਹ ਪਿਛੋਕੜ ਭੁੱਲ ਜਾਣਾ ਵੀ ਤੂੰ ਕੀ ਕੁਝ ਇਕੱਠਾ ਕੀਤਾ ਹੋਇਆ, ਤੈਨੂੰ ਇਹ ਯਾਦ ਨਹੀਂ ਰਹਿਣਾ। ਯਾਦ ਤਾਂ ਆਪਾਂ ਨੂੰ ਰਾਤ ਨੂੰ ਭੁੱਲ ਜਾਂਦਾ। ਹੁਣ ਦੇਖੋ ਜਿਹੜਾ ਆਪਾਂ ਸਵੇਰ ਤੋਂ ਹੁਣ ਸ਼ਾਮ ਤੱਕ ਜੋ ਵੀ ਕਰਮ ਕੀਤਾ, ਜੋ ਵੀ ਆਪਾਂ ਇਕੱਠਾ ਕੀਤਾ, ਜਦੋਂ ਆਪਾਂ ਰਾਤ ਨੂੰ ਸੌਂ ਜਾਵਾਂਗੇ ਆਪਾਂ ਨੂੰ ਸਭ ਭੁੱਲ ਜਾਣਾ ਵੀ ਅਸੀਂ ਕੀ ਕੁਝ ਇਕੱਠਾ ਕੀਤਾ, ਕੀ ਰੱਖ ਲਿੱਤਾ ਇੱਥੇ ਇਕੱਠਾ ਕਰਕੇ। ਅਤੇ ਜਦੋਂ ਅਸੀਂ ਸਦਾ ਵਾਸਤੇ ਦੇਹ ਛੱਡਾਂਗੇ ਫਿਰ ਸਾਨੂੰ ਕਿੱਥੇ ਯਾਦ ਰਹਿਣਾ ਵੀ ਅਸੀਂ ਕੀ ਕੁਛ ਇਕੱਠਾ ਕੀਤਾ ਹੋਏ। ਇਸ ਵਾਸਤੇ ਫਿਰ ਸਤਿਗੁਰੂ ਮਨ ਨੂੰ ਕਹਿੰਦੇ ਮੂਰਖ ਮਨ ਕਾਹੇ ਕਰਸੇ ਮਾਣਾ, ਉੱਠ ਚੱਲਣਾ ਖਸਮੇ ਭਾਣਾ, ਤਾਜ ਸਾਧ ਸਹਿ ਸੁਖ ਹੋਈ, ਘਰ ਛੱਡਣੇ ਬਿਨ ਰਹੇ ਨਾ ਕੋਈ। ਕਿਛ ਖਾ ਜਾਈਏ ਕਿਛ ਧਰ ਜਾਈਏ, ਜੇ ਬੌਰ ਦੁਨੀਆ ਆਈਏ। ਬਈ ਫਿਰ ਤਾਂ ਤੁਸੀਂ ਦਿਨ ਰਾਤ ਇਕੱਠਾ ਕਰਨ ਲੱਗੇ ਰਹੋ ਵੀ ਅਸੀਂ ਕੁਝ ਹੁਣ ਖਾ ਲੈਂਦੇ ਹਾਂ, ਕੁਝ ਇਕੱਠਾ ਕਰਕੇ ਰੱਖ ਜਾਂਦੇ ਹਾਂ ਅਤੇ ਫਿਰ ਆਵਾਂਗੇ ਫਿਰ ਵਰਤ ਲਾਂਗੇ। ਅਤੇ ਮਹਾਰਾਜ ਕਹਿੰਦੇ ਦੁਬਾਰਾ ਆਉਣਾ ਮੰਨੀ, ਅਤੇ ਘਰ ਛੱਡਣੇ ਬਿਨ ਰਹਿ ਵੀ ਨਹੀਂ ਸਕਦੇ ਤੁਸੀਂ, ਇਹ ਤੁਹਾਨੂੰ ਛੱਡਣਾ ਹੀ ਪੈਣਾ। ਇੱਕ ਦਿਨ ਆਪਾਂ ਸਦਾ ਲਈ ਛੱਡ ਜਾਣਾ, ਛੱਡ ਤਾਂ ਰੋਜ਼ ਹੀ ਜਾਂਦੇ ਹੁਣ, ਅਤੇ ਇੱਕ ਦਿਨ ਸਦਾ ਲਈ ਇਹਨੂੰ ਛੱਡ ਕੇ ਚਲੇ ਜਾਣਾ। ਇਸ ਵਾਸਤੇ ਫਿਰ ਇਹ ਜਿਹੜਾ ਰੰਗ ਇਹਨੂੰ ਕਹਿੰਦੇ ਕੱਚਾ ਰੰਗ, ਕਸੁੰਭ ਦਾ, ਮਾਇਆ ਦਾ ਝੂਠਾ ਰੰਗ। ਅਤੇ ਸਤਿਗੁਰੂ ਕਹਿੰਦੇ ਵੀ ਇਹ ਰੰਗ ਤੁਸੀਂ ਲਾ ਕੇ ਪੱਕਾ ਰੰਗ ਚੜਾਓ ਮਜੀਠ ਦਾ, ਨਾਮ ਦਾ। ਜੇ ਇਹ ਰੰਗ ਸਾਡੇ ਮਨ ਦੇ ਉੱਤੇ ਚੜ੍ਹ ਜੇਗਾ ਫਿਰ ਇਹ ਲੱਥੇਗਾ ਨਹੀਂ। ਇਹਨੂੰ ਕਹਿੰਦੇ ਮਜੀਠ ਦਾ ਰੰਗ, ਪੱਕਾ ਨਾਮ ਦਾ ਰੰਗ। ਇਸ ਲਈ ਮਨ ਨੂੰ ਕਹਿੰਦੇ ਮਨ ਸੁੰਦਰ ਆਪਣਾ, ਹਰ ਨਾਮ ਮਜੀਠੇ ਰੰਗ ਰੀ। ਛਾੜ ਸਿਆਣਪ ਚਾਤਰੀ, ਤੂੰ ਜਾਣ ਗੋਪਾਲੀ ਸੰਗਰੀ। ਬਈ ਤੂੰ ਆਪਦੀ ਸਿਆਣਪ, ਆਪਦੀ ਚਤਰਾਈ ਛੱਡ ਕੇ ਤੂੰ ਪਰਮਾਤਮਾ ਨੂੰ ਆਪਦੇ ਅੰਗ ਸੰਗ ਸਮਝ। ਹੁਣ ਜੇ ਅਸੀਂ ਪਰਮਾਤਮਾ ਨੂੰ ਆਪਦੇ ਅੰਗ ਸੰਗ ਸਮਝਾਂਗੇ ਫਿਰ ਅਸੀਂ ਕਿਸੇ ਨਾਲ ਵੈਰ ਵਿਰੋਧ ਕਰਾਂਗੇ ਨਹੀਂ, ਕਿਸੇ ਨਾਲ ਈਰਖਾ, ਕਿਸੇ ਨਾਲ ਨਫ਼ਰਤ ਨਹੀਂ ਕਰਾਂਗੇ, ਕਿਸੇ ਦੀ ਆਪਾਂ ਨਿੰਦਿਆ ਨਹੀਂ ਕਰਾਂਗੇ, ਕਿਸੇ ਦੇ ਨਾਲ ਆਪਾਂ ਵੈਰ ਵਿਰੋਧ ਨਹੀਂ ਕਰਾਂਗੇ, ਕਿਉਂਕਿ ਪਤਾ ਵੀ ਮਾਲਕ ਦੇਖ ਰਹੇ ਸਾਡੇ ਅੰਗ ਸੰਗ ਨਾਲ ਹੈ ਸਾਡੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਦੀ ਸਿਆਣਪ ਛੱਡ ਕੇ, ਆਪਣੀ ਚਤਰਾਈ ਛੱਡ ਕੇ ਮਜੀਠ ਦਾ ਰੰਗ ਚੜਾਓ। ਹੁਣ ਉਹ ਰੰਗ ਕਿਵੇਂ ਚੜ੍ਹਦਾ, ਉਹਦੇ ਵਾਸਤੇ ਪਹਿਲਾਂ ਇਹ ਜਿਹੜਾ ਕੱਚਾ ਰੰਗ ਸਾਡਾ ਲਏਗਾ ਫਿਰ ਸਾਡੇ ਮਨ ਦੇ ਉੱਤੇ ਪੱਕਾ ਰੰਗ ਚੜ੍ਹੇਗਾ। ਜਿਵੇਂ ਆਪਾਂ ਦੇਖਦੇ ਵੀ ਲਲਾਰੀ ਉਹ ਕੱਪੜੇ ਨੂੰ ਰੰਗ ਚੜ੍ਹਾਉਂਦਾ, ਪਹਿਲਾਂ ਉਹ ਕਾਟ ਨਾਲ ਪਹਿਲਾਂ ਦੂਸਰਾ ਰੰਗ ਲਾਉਂਦਾ ਅਤੇ ਫਿਰ ਉਹਦੇ 'ਤੇ ਦੂਸਰਾ ਰੰਗ ਚੜ੍ਹਾਉਂਦਾ। ਔਰ ਇਸੇ ਤਰ੍ਹਾਂ ਹੀ ਸਾਡੇ ਮਨ 'ਤੇ ਪਹਿਲਾਂ ਮਾਇਆ ਦਾ ਰੰਗ ਚੜ੍ਹਿਆ, ਅਤੇ ਇਹ ਰੰਗ ਨੂੰ ਪਹਿਲਾਂ ਲਾਉਣਾ ਪੈਂਦਾ ਸੀ। ਅਤੇ ਇਹ ਰੰਗ ਲੱਥਦਾ ਜਦੋਂ ਆਪਾਂ ਫਿਰ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਸਤਿਗੁਰੂ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਉਹ ਉਪਦੇਸ਼ ਨੂੰ ਆਪਾਂ ਦ੍ਰਿੜ ਕਰਦੇ ਹਾਂ, ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ,
ਤੇਰੇ ਬਚਨਾਂ ਦੀ ਧੂੜੀ ਜਦੋਂ ਸਾਡੇ ਮਨ 'ਤੇ ਪੈਂਦੀ, ਇਹ ਜਿਹੜਾ ਰੰਗ ਲੱਥਿਆ, ਰੰਗ ਚੜ੍ਹਿਆ ਹੁੰਦਾ ਮਨ 'ਤੇ ਉੱਤੇ ਮਾਇਆ ਦਾ, ਫਿਰ ਇਹ ਲੱਥਣਾ ਸ਼ੁਰੂ ਹੋ ਜਾਂਦਾ, ਇਹਦੇ ਲੈਣ ਲੱਗ ਜਾਂਦਾ। ਫਿਰ ਸਾਨੂੰ ਭੇਤ ਆਉਣਾ ਸ਼ੁਰੂ ਹੋ ਜਾਂਦਾ ਵੀ ਅਸੀਂ ਕਾਹਦੀ ਹਉਮੈ, ਕਾਹਦਾ ਹੰਕਾਰ ਕਰਦੇ, ਵੀ ਇਹ ਸੰਸਾਰ ਦੇ ਵਿੱਚ ਸਾਡਾ ਤਾਂ ਆਪਣਾ ਕੁਛ ਹੈ ਵੀ ਨਹੀਂ ਹੈ, ਵੀ ਅਸੀਂ ਐਵੇਂ ਹੀ ਹਉਮੈ ਹੰਕਾਰ ਦੇ ਵਿੱਚ ਫੁੱਲੇ ਨਹੀਂ ਸਮਾਉਂਦੇ। ਅਤੇ ਫਿਰ ਸਾਨੂੰ ਜਦੋਂ ਭੇਤ ਆਉਂਦਾ, ਸੋਝੀ ਆਉਂਦੀ, ਫਿਰ ਸਾਡਾ ਮਨ ਇਹ ਹਉਮੈ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਂਦਾ। ਜਿਉਂ-ਜਿਉਂ ਇਹ ਹਉਮੈ ਤੋਂ ਰਹਿਤ ਹੋਏਗਾ ਤਿਉਂ-ਤਿਉਂ ਨਿਮਾਣਾ ਹੁੰਦਾ ਜਾਂਦਾ, ਇਹ ਨਿਮਰਤਾ ਦੇ ਵਿੱਚ ਆਉਂਦਾ ਜਾਂਦਾ, ਇਹ ਨੀਵਾਂ ਹੁੰਦਾ ਜਾਂਦਾ। ਜਿਉਂ-ਜਿਉਂ ਮਨ ਨੀਵਾਂ ਹੋਏਗਾ, ਇਹ ਜਿਹੜਾ ਮਾਇਆ ਦਾ ਰੰਗ ਇਹਦਾ ਫਿਰ ਇਹ ਲੱਥੇਗਾ। ਜਿੰਨਾ ਇਹਦੇ 'ਤੇ ਰੰਗ ਜ਼ਿਆਦਾ ਚੜ੍ਹਿਆ ਹੁੰਦਾ ਓਨਾ ਹੀ ਹੰਕਾਰੀ ਹੁੰਦਾ, ਓਨਾ ਹੀ ਹਉਮੈ ਵਿੱਚ ਹੁੰਦਾ। ਜਿੰਨਾ ਹੰਕਾਰੀ ਹੋਏਗਾ, ਜਿੰਨਾ ਹਉਮੈ 'ਚ ਹੋਏਗਾ, ਉਹ ਕਿਸੇ ਦੀ ਗੱਲ ਸਹਾਰੇਗਾ ਹੀ ਨਹੀਂ ਮਾੜੀ ਜਿਹੀ, ਉਹ ਹਮੇਸ਼ਾ ਆਪਦੀ ਗੱਲ ਹੀ ਮਨਾਏਗਾ ਵੀ ਮੈਂ ਹੀ ਠੀਕ, ਜੋ ਮੈਂ ਕਹਿ ਰਿਹਾ ਉਵੇਂ ਹੀ ਹੋਣਾ ਚਾਹੀਦਾ। ਉਹ ਹੰਕਾਰ ਹੈ। ਅਤੇ ਹਉਮੈ ਵਿੱਚ ਫਿਰ ਉਹ ਫਿੱਕੇ ਬੋਲ ਬੋਲੇਗਾ, ਮਾੜੇ ਬੋਲ ਬੋਲੇਗਾ, ਦੂਸਰੇ ਦੀ ਨਿੰਦਿਆ ਕਰੇਗਾ ਹੰਕਾਰ ਦੇ ਵਿੱਚ। ਅਤੇ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਉਂ-ਜਿਉਂ ਅਸੀਂ ਸੰਗਤ ਕਰਦੇ ਹਾਂ ਅਤੇ ਉਹਦੇ ਸਾਡਾ ਮਨ ਫਿਰ ਸਹਿਜ ਦੇ ਵਿੱਚ ਆਉਂਦਾ ਜਾਂਦਾ, ਨਿਮਰਤਾ ਦੇ ਵਿੱਚ। ਜਿੰਨਾ ਇਹ ਨਿਮਰਤਾ 'ਚ ਆਏਗਾ, ਸਹਿਜ ਦੇ ਵਿੱਚ ਆਏਗਾ, ਇਹਦਾ ਫਿਰ ਇਹ ਰੰਗ ਮਾਇਆ ਦਾ ਲੱਥਦਾ ਜਾਏਗਾ। ਅਤੇ ਫਿਰ ਇਹਦੇ 'ਤੇ ਪੱਕਾ ਰੰਗ ਮਜੀਠ ਦਾ, ਨਾਮ ਦਾ ਚੜ੍ਹੇਗਾ। ਤਾਂਹੀਓ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਪਹਿਲਾਂ ਸਾਡੇ ਬਚਨ ਹੋਰ ਹੁੰਦੇ, ਮਾਇਆ ਦੀ ਬੋਲਣੀ ਹੋਰ ਹੈ। ਉਦੋਂ ਅਸੀਂ ਉੱਚੀ ਬੋਲਦੇ ਹਾਂ, ਫਿੱਕਾ ਬੋਲਦੇ ਹਾਂ, ਮਾੜਾ ਬੋਲਦੇ ਹਾਂ। ਜਦੋਂ ਆਪਾਂ ਸੰਗਤ ਕਰਨ ਲੱਗ ਜਾਂਦੇ ਹਾਂ, ਉਹ ਸਾਡੀ ਭਾਸ਼ਾ ਹੀ ਬਦਲ ਜਾਂਦੀ। ਪਹਿਲਾਂ ਆਪਾਂ ਹੰਕਾਰ 'ਚ ਬੋਲਦੇ ਹਾਂ, ਫਿਰ ਜੋ ਵੀ ਗੱਲ ਕਰਦੇ ਫਿਰ ਆਪਾਂ ਕਹਿੰਦੇ ਹਾਂ ਵੀ ਮਾਲਕ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ ਜੀ, ਪਰਮਾਤਮਾ ਦੀ ਕਿਰਪਾ ਹੈ। ਅਤੇ ਤਾਂਹੀਓ ਫਿਰ ਜੀਵ ਕਹਿਣ ਲੱਗ ਜਾਂਦੇ ਵੀ ਤੁਹਾਡਾ ਤਾਂ ਜੀਵਨ ਹੀ ਬਦਲ ਗਿਆ, ਤੁਸੀਂ ਪਹਿਲਾਂ ਵਾਲੇ ਨਹੀਂ ਰਹੇ। ਵੀ ਤੁਸੀਂ ਕਿਹਦੀ ਸੰਗਤ ਕਰਦੇ ਹੋ, ਕਿੱਥੇ ਸੰਗਤ ਕਰਦੇ ਹੋ, ਵੀ ਪਹਿਲਾਂ ਤਾਂ ਤੁਹਾਡਾ ਜੀਵਨ ਹੋਰ ਸੀ, ਪਹਿਲਾਂ ਤੁਹਾਡੀ ਬੋਲੀ ਵੀ ਹੋਰ ਸੀ, ਅਤੇ ਹੁਣ ਤਾਂ ਤੁਹਾਡੀ ਬੋਲੀ ਵੀ ਬਦਲ ਗਈ। ਉਹ ਕੀ ਹੁੰਦਾ ਵੀ ਉਹ ਸੰਗਤ ਦਾ ਅਸਰ ਹੁੰਦਾ। ਜਿਉਂ-ਜਿਉਂ ਅਸੀਂ ਸਤ ਸੰਗਤ ਕਰਦੇ ਹਾਂ ਅਤੇ ਉਹਦੇ ਸਾਡੇ ਅੰਦਰ ਬਦਲਾਅ ਆਉਂਦਾ ਜਾਂਦਾ। ਸਾਡਾ ਮਨ ਜਿਉਂ-ਜਿਉਂ ਸਹਿਜ ਵਿੱਚ ਆਏਗਾ ਅਤੇ ਉਹਦੇ ਫਿਰ ਇਹਦਾ ਬੋਲਣਾ, ਇਹਦਾ ਸੁਣਨਾ, ਇਹਦਾ ਦੇਖਣਾ, ਉਹ ਸਾਰਾ ਕੁਛ ਹੀ ਬਦਲ ਜਾਂਦਾ। ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਕਹਿੰਦੇ ਵੀ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਅਤੇ ਉਹਦੇ ਸਾਡੇ ਮਨ ਦੇ ਉੱਤੇ ਫਿਰ ਇਹ ਰੰਗ ਚੜ੍ਹੇਗਾ ਮਜੀਠ ਦਾ। ਇਸ ਲਈ ਮਹਾਰਾਜ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ। ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਜਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ। ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਫਿਰ ਆਪਾਂ ਵੀ ਅਰਦਾਸ ਬੇਨਤੀਆਂ ਕਰਦੇ ਵੀ ਜਿਹੜੇ ਰੱਤੇ ਹੋਏ ਨੇ, ਵੀ ਜਿਨ੍ਹਾਂ ਦੇ ਉੱਤੇ ਰੰਗ ਚੜ੍ਹਿਆ, ਵੀ ਸਾਨੂੰ ਵੀ ਉਹਨਾਂ ਦਾ ਸੰਗ ਹੋ ਜੇ, ਵੀ ਸਾਨੂੰ ਵੀ ਉਹਨਾਂ ਦਾ ਮੇਲ ਹੋ ਜੇ ਰੰਗਿਆਂ ਦਾ, ਤਾਂ ਕਿ ਸਾਨੂੰ ਵੀ ਉਹ ਸਮਝਾ ਦੇਣ, ਸਾਨੂੰ ਵੀ ਭੇਜ ਦੇ ਦੇਣ ਵੀ ਅਸੀਂ ਵੀ ਕਿਵੇਂ ਰੰਗੇ ਜਾਣ। ਮਹਾਰਾਜ ਕਹਿੰਦੇ ਫਿਰ ਰੱਤੇ ਹੋਏ ਨੇ ਜਿਹੜੇ, ਉਹਨਾਂ ਦੀ ਨਿਸ਼ਾਨੀ ਕੀ ਕਹਿੰਦੇ, ਰਤੜੇ ਸਈ ਜੋ ਮੁਖ ਨਾ ਮੜਨ। ਜਿਨੀ ਸੁਝਾਤਾ ਸਾਈਂ, ਝੜ ਝੜ ਪਾਉਂਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਬਈ ਜਿਹੜੇ ਰਤੇ ਹੋਏ ਉਹ ਮਾਲਕ ਤੋਂ ਮੁੱਖ ਨਹੀਂ ਮੋੜਦੇ, ਉਹ ਪਰਮਾਤਮਾ ਦੇ ਸਨਮੁਖ ਰਹਿੰਦੇ, ਮਾਲਕ ਨੂੰ ਦੇਖਦੇ ਰਹਿੰਦੇ। ਅਤੇ ਜਿਨ੍ਹਾਂ ਨੂੰ ਇਹ ਕਾਰ ਨਹੀਂ ਆਈ, ਜਿਨ੍ਹਾਂ ਨੂੰ ਮਾਲਕ ਨੂੰ ਦੇਖਣਾ ਹੀ ਨਹੀਂ ਆਇਆ, ਜਿਨ੍ਹਾਂ ਨੇ ਪਰਮਾਤਮਾ ਦੇ ਦਰਸ਼ਨ ਹੀ ਨਹੀਂ ਕੀਤੇ,
ਉਹ ਮਹਾਰਾਜ ਕਹਿੰਦੇ ਕੱਚੇ ਵੀ ਉਹ ਕੱਚੇ ਝੜ ਜਾਂਦੇ, ਜਿਨ੍ਹਾਂ ਨੂੰ ਇਹ ਕਾਰ ਨਹੀਂ ਆਈ ਉਹ ਝੜ ਜਾਂਦੇ, ਝੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ। ਜਿਨ੍ਹਾਂ ਨੂੰ ਇਹ ਆਇਆ ਹੀ ਨਹੀਂ ਸੇਵਾ ਕਰਨੀ, ਵੀ ਸਤਿਗੁਰ ਦੀ ਅਸੀਂ ਸੇਵਾ ਕਿਵੇਂ ਕਰਨੀ, ਪਰਮਾਤਮਾ ਨੂੰ ਕਿਵੇਂ ਦੇਖਣਾ, ਜਿਨ੍ਹਾਂ ਨੂੰ ਇਹ ਸੇਵਾ ਨਹੀਂ ਆਈ ਵੀ ਅਸੀਂ ਸ਼ਬਦ ਗੁਰੂ ਦੀ ਕਿਵੇਂ ਸੇਵਾ ਕਰਨੀ, ਕਿਵੇਂ ਸ਼ਬਦ ਗੁਰੂ ਨੂੰ ਸੁਣਨਾ, ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਵੀ ਉਹ ਕੱਚੇ ਝੜ ਜਾਂਦੇ। ਅਤੇ ਜਿਨ੍ਹਾਂ ਨੂੰ ਇਹ ਕਾਰ ਆ ਗਈ, ਜਿਨ੍ਹਾਂ ਨੂੰ ਇਹ ਸੇਵਾ ਕਰਨੀ ਆ ਗਈ, ਉਹਨਾਂ ਦਾ ਮਨ ਰੱਤਿਆ ਹੋਇਆ, ਅਤੇ ਜਿਹੜੇ ਰੱਤੇ ਗਏ ਉਹ ਮੁੱਖ ਨਹੀਂ ਮੋੜਦੇ ਮਾਲਕ ਤੋਂ, ਉਹ ਮਾਲਕ ਨੂੰ ਦੇਖਦੇ ਹੀ ਰਹਿੰਦੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹਨਾਂ ਦੀ ਸਾਨੂੰ ਧੂੜ ਮਿਲੇ ਜਿਹੜੇ ਰੱਤੇ ਹੋਏ, ਵੀ ਜਿਹੜੇ ਮਾਲਕ ਦੇ ਸਨਮੁਖ ਨੇ, ਜਿਹੜੇ ਮੁੱਖ ਨਹੀਂ ਮੋੜਦੇ ਪਰਮਾਤਮਾ ਤੋਂ। ਜਦੋਂ ਸਾਨੂੰ ਉਹਨਾਂ ਦੀ ਸੰਗਤ ਮਿਲਦੀ, ਫਿਰ ਉਹ ਆਪਾਂ ਨੂੰ ਦੱਸਦੇ, ਉਹਨਾਂ ਦੇ ਬਚਨ ਜਦੋਂ ਅਸੀਂ ਸੁਣਦੇ ਹਾਂ, ਉਹ ਬਚਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ, ਅਤੇ ਫਿਰ ਇਹ ਮਾਇਆ ਦਾ ਰੰਗ ਲੈਂਦਾ, ਜਿਹੜਾ ਕੁਸੁੰਭ ਦਾ ਰੰਗ ਕੱਚਾ, ਫਿਰ ਇਹ ਲੱਥਦਾ। ਜਦ ਤੱਕ ਸਾਨੂੰ ਉਹਨਾਂ ਬਚਨਾਂ ਦੀ ਧੂੜੀ ਨਹੀਂ ਮਿਲਦੀ, ਸਾਨੂੰ ਸੰਤ ਜਨਾਂ ਦਾ, ਸਾਧੂ ਜਨਾਂ ਦਾ ਸੰਗ ਨਹੀਂ ਹੁੰਦਾ, ਜਦ ਤੱਕ ਸਾਨੂੰ ਐਸੇ ਗੁਰਸਿੱਖਾਂ ਦਾ ਸੰਗ ਨਹੀਂ ਹੁੰਦਾ, ਉਹਨਾਂ ਸਮਾਂ ਸਾਡੇ ਮਨ ਤੋਂ ਇਹ ਮਾਇਆ ਦਾ ਰੰਗ ਲੈਂਦਾ ਹੀ ਨਹੀਂ। ਨਾ ਹੀ ਤਾਂ ਸਾਨੂੰ ਭੇਤ ਆਉਂਦਾ ਵੀ ਇਹ ਰੰਗ ਹੈ ਕਿਹੜਾ ਹੈ ਮਾਇਆ ਦਾ, ਕਿਵੇਂ ਚੜ੍ਹਦਾ, ਕਿਵੇਂ ਲੱਥਦਾ, ਇਹ ਸਾਨੂੰ ਗਿਆਨ ਹੀ ਨਹੀਂ ਹੁੰਦਾ। ਉਹਦਾ ਅਸੀਂ ਹੰਕਾਰੀ ਹੋਏ ਹਉਮੈ ਵਿੱਚ ਉਹ ਰੰਗ ਨੂੰ ਹੋਰ ਪੱਕਾ ਕਰੀ ਜਾਂਦੇ, ਉਹਨੂੰ ਹੋਰ ਚੜ੍ਹਾਈ ਜਾਂਦੇ ਮਾਇਆ ਦੇ ਨੂੰ, ਲਾਉਣ ਦੀ ਬਜਾਏ ਉਹ ਹੋਰ ਸਾਡੇ 'ਤੇ ਚੜ੍ਹਦਾ ਜਾਂਦਾ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਤੁਸੀਂ ਇਹ ਰੰਗ ਨਹੀਂ ਮਾਇਆ ਦਾ, ਤੁਸੀਂ ਮਜੀਠ ਦਾ ਰੰਗ ਚੜਾਓ ਪੱਕਾ, ਜਿਹੜਾ ਚੜ੍ਹ ਗਿਆ ਸਾਡੇ ਮਨ 'ਤੇ ਲੈਣਾ ਨਹੀਂ। ਅਤੇ ਉਹ ਫਿਰ ਜਦੋਂ ਚੜ੍ਹ ਜਾਂਦਾ ਹੈ ਉਹਦੇ ਵਿੱਚ ਸੁੱਖ ਹੀ ਸੁੱਖ, ਉਹਦੇ ਵਿੱਚ ਆਨੰਦ ਹੀ ਆਨੰਦ ਸੀ। ਆਈਆਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ ਵੀ ਜਿਨ੍ਹਾਂ ਦੇ ਉੱਤੇ ਇਹ ਰੰਗ ਚੜ੍ਹ ਗਿਆ ਨਾਮ ਦਾ, ਸੱਚ ਦਾ, ਉਹ ਇਹ ਜਗਤ ਦੇ ਵਿੱਚ, ਸੰਸਾਰ ਦੇ ਵਿੱਚ, ਉਹਨਾਂ ਨੂੰ ਆਖਿਆ ਵੀ ਇਹ ਸੂਰਮੇ ਨੇ। ਸਤਿਗੁਰੂ ਕਹਿੰਦੇ ਲਾਲ ਰੰਗ ਇਸ ਕੋ ਲਗਾ ਜਿਸ ਕੀ ਬੜ ਭਾਗਾ, ਵੀ ਉਹ ਵੱਡੇ ਭਾਗਾਂ ਵਾਲੇ ਨੇ, ਕਿਉਂਕਿ ਇਹ ਜਿਹੜਾ ਰੰਗ ਇਹ ਕਦੇ ਲੱਥਦਾ ਨਹੀਂ, ਇਹ ਕਦੇ ਮੈਲਾ ਨਹੀਂ ਹੁੰਦਾ, ਇਹਨੂੰ ਦਾਗ ਨਹੀਂ ਪੈਂਦਾ, ਮੈਲਾ ਕਦੇ ਨਾ ਹੋਵੇ, ਨਾ ਲਾਗੇ ਦਾਗਾ, ਵੀ ਨਾ ਤਾਂ ਇਹ ਰੰਗ ਮੈਲਾ ਹੋਵੇ ਅਤੇ ਨਾ ਇਹ ਦਾਗੀ ਹੋਵੇ, ਇਹਦੇ 'ਤੇ ਕੋਈ ਦਾਗ ਲੱਗਦਾ ਹੀ ਨਹੀਂ। ਇਸ ਲਈ ਕਹਿੰਦੇ ਵੀ ਉਹ ਗੁਰਮੁਖ ਨੇ ਜਿਹੜੇ ਉਹ ਸੂਰਮੇ ਨੇ, ਉਹ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਦੇ ਉੱਤੇ ਰੰਗ ਚੜ੍ਹਿਆ ਲਾਲ ਰੰਗ, ਕਹਿੰਦੇ ਵੀ ਮਜੀਠ ਦਾ ਪੱਕਾ ਰੰਗ, ਮਾਲਕ ਦਾ ਰੰਗ, ਸੱਚ ਦਾ ਰੰਗ। ਸਾਡੇ ਰੰਗ ਕਿਵੇਂ ਚੜ੍ਹਦਾ ਸੱਚ ਦਾ, ਜਦੋਂ ਆਪਾਂ ਪਰਮਾਤਮਾ ਨੂੰ ਦੇਖਦੇ ਹਾਂ, ਦੇਖ ਕੇ ਸਾਡੇ ਉੱਤੇ ਰੰਗ ਚੜ੍ਹਦਾ। ਜਿਉਂ-ਜਿਉਂ ਅਸੀਂ ਮਾਲਕ ਨੂੰ ਦੇਖੀ ਜਾਵਾਂਗੇ, ਦੇਖ ਕੇ ਸਾਡੇ ਜਿਹੜੇ ਨੇਤਰ ਨੇ ਰੱਤੇ ਜਾਂਦੇ, ਅੱਖਾਂ ਜਿਹੜੀਆਂ ਇਹ ਰੱਤੀਆਂ ਜਾਂਦੀਆਂ ਮਾਲਕ ਦੇ ਪ੍ਰੇਮ ਦੇ ਵਿੱਚ। ਜਦੋਂ ਆਪਾਂ ਮਾਲਕ ਨੂੰ ਦੇਖੀ ਜਾਂਦੇ, ਸਾਡੇ ਨੇਤਰਾਂ 'ਚ ਨੇਤਰ ਮਿਲ ਜਾਂਦੇ ਮਾਲਕ ਦੇ ਨਾਲ, ਫਿਰ ਇਹ ਆਪਣੀ ਸੁਰਤੀ ਕੰਨਾਂ 'ਚ ਆ ਜਾਂਦੀ ਵੀ ਹੁਣ ਮਾਲਕ ਨੂੰ ਦੇਖਦੇ ਤਾਂ ਹੈਗੇ, ਵੀ ਹੁਣ ਇਹ ਪਿਆਰੇ ਦੇ ਬਚਨ ਵੀ ਸੁਣੀਏ ਮਾਲਕ ਦੇ। ਮਹਾਰਾਜ ਕਹਿੰਦੇ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਈ, ਵੀ ਜਦੋਂ ਸਾਡੇ ਲੋਇਣ ਕਹਿੰਦੇ ਇਹਨਾਂ ਅੱਖਾਂ ਨੂੰ, ਨੇਤਰਾਂ ਨੂੰ, ਵੀ ਜਦੋਂ ਅੱਖਾਂ ਨਾਲ ਅੱਖਾਂ ਮਿਲੀਆਂ ਪਰਮਾਤਮਾ ਦੀ, ਅਤੇ ਸਾਡੀ ਜਿਹੜੀ ਸੁਰਤੀ ਸੀ ਉਹ ਆਪ ਮੁਹਾਰੀ ਕੰਨਾਂ 'ਚ ਆ ਜਾਂਦੀ। ਜਦੋਂ ਕੰਨਾਂ 'ਚ ਆਉਂਦੀ ਫਿਰ ਆਪਾਂ ਨੂੰ ਮਾਲਕ ਦੀ ਆਵਾਜ਼ ਸੁਣਾਈ ਦਿੰਦੀ, ਫਿਰ ਪਰਮਾਤਮਾ ਜੋ ਬੋਲ ਰਿਹਾ ਫਿਰ ਆਪਾਂ ਨੂੰ ਉਹਦੀ ਆਵਾਜ਼ ਸੁਣਦੀ, ਜਿਹਨੂੰ ਨਾਮ ਕਹਿੰਦੇ, ਅਨਹਦ ਸ਼ਬਦ ਗੁਰੂ ਕਹਿੰਦੇ। ਹੁਣ ਜਦੋਂ ਆਪਾਂ ਮਾਲਕ ਨੂੰ ਦੇਖੀ ਜਾਂਦੇ ਹਾਂ, ਦੇਖ ਕੇ
ਇਹਦੇ ਸੱਚ ਦਾ ਰੰਗ ਚੜ੍ਹਦਾ ਪਰਮਾਤਮਾ ਦਾ ਸਾਡੇ ਮਨ 'ਤੇ। ਜਦੋਂ ਆਪਾਂ ਫਿਰ ਉਹ ਮਾਲਕ ਦੀ ਆਵਾਜ਼, ਸ਼ਬਦ, ਨਾਮ ਨੂੰ ਸੁਣੀ ਜਾਂਦੇ ਹਾਂ, ਫਿਰ ਉਹ ਸੁਣ ਕੇ ਸਾਡੇ ਉੱਤੇ ਨਾਮ ਦਾ ਰੰਗ ਚੜ੍ਹਦਾ ਹੈ। ਫਿਰ ਇਹਨੂੰ ਕਹਿੰਦੇ ਵੀ ਦ੍ਰਿੜ ਕਰਨਾ। ਜਦੋਂ ਹੁਣ ਆਪਾਂ ਮਾਲਕ ਨੂੰ ਦੇਖੀ ਜਾਂਦੇ ਹਾਂ, ਅੱਖਾਂ ਦੁਆਰਾ ਦੇਖੀ ਜਾਣਾ, ਇਹ ਰਸਨਾ ਦੁਆਰਾ ਸਿਮਰਨ ਕੀਤੀ ਜਾਂਦੇ, ਉਦੋਂ ਕਹਿੰਦੇ ਵੀ ਇਹ ਸੱਚ ਨੂੰ ਦ੍ਰਿੜ ਕਰ ਰਹੀ ਹੈ। ਜਦੋਂ ਆਪਾਂ ਨਾਮ ਨੂੰ ਸੁਣਦੇ, ਮਾਲਕ ਦੀ ਆਵਾਜ਼ ਨੂੰ ਨਾਲ ਸਿਮਰਨ ਕੀਤੀ ਜਾਂਦੇ, ਉਦੋਂ ਕਹਿੰਦੇ ਵੀ ਇਹ ਨਾਮ ਨੂੰ ਦ੍ਰਿੜ ਕਰ ਰਹੇ ਨੇ। ਇਸ ਤਰ੍ਹਾਂ ਫਿਰ ਸਾਡੇ ਮਨ ਦੇ ਉੱਤੇ ਇਹ ਰੰਗ ਚੜ੍ਹਦਾ, ਨਾਮ ਦਾ ਰੰਗ ਚੜ੍ਹਦਾ ਸੁਣ ਕੇ। ਪਰਮਾਤਮਾ ਵਾਹਿਗੁਰੂ ਦਾ ਰੰਗ ਚੜ੍ਹਦਾ ਪਰਮਾਤਮਾ ਨੂੰ ਦੇਖ ਕੇ। ਮਾਲਕ ਨੂੰ ਦੇਖੀ ਜਾਣਾ ਅਤੇ ਫਿਰ ਉਹਦਾ ਰੰਗ ਸਾਡੇ ਉੱਤੇ ਚੜ੍ਹ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਵੇਂ ਮਨਮੁਖ 'ਤੇ ਰੰਗ ਚੜ੍ਹਿਆ ਮਾਇਆ ਦਾ, ਦੇਖ ਕੇ ਚੜ੍ਹਦਾ ਮਾਇਆ ਦਾ ਰੰਗ। ਜਿਵੇਂ ਆਪਾਂ ਹੁਣ ਦੇਖਦੇ ਹਾਂ ਨਾ ਸੰਸਾਰ ਦੇ ਵਿੱਚ ਬੱਚੇ ਦੇਖੀ ਜਾਂਦੇ ਲਗਾਤਾਰ, ਜਾਂ ਮੋਬਾਇਲ ਦੇਖੀ ਜਾਂਦੇ, ਜਾਂ TV ਦੇਖੀ ਜਾਂਦੇ, ਉਹ ਦੇਖ ਕੇ ਉਹਨਾਂ ਦੇ ਉੱਤੇ ਉਹ ਮਾਇਆ ਦਾ ਰੰਗ ਚੜ੍ਹ ਜਾਂਦਾ। ਜਿਵੇਂ ਉਹ ਕਰਦੇ, ਜਿਹੜੇ ਉਹਦੇ ਵਿੱਚ ਉਹ ਜੋ ਕੁਛ ਦੇਖਦੇ, ਜਿਵੇਂ ਫਿਲਮਾਂ ਦੇਖਦੇ ਜਾਂ ਜੋ ਵੀ ਨਾਟਕ ਦੇਖਦੇ, ਕੁਛ ਵੀ ਦੇਖਦੇ, ਜੋ ਦੇਖਦੇ ਉਹ ਦੇਖ ਕੇ ਉਹਨਾਂ ਦੇ ਉੱਤੇ ਉਹਨਾਂ ਦਾ ਰੰਗ ਚੜ੍ਹ ਜਾਂਦਾ। ਜਦੋਂ ਰੰਗ ਚੜ੍ਹਦਾ ਫਿਰ ਉਹ ਉਹਨਾਂ ਵਾਂਗੂ ਹੀ ਕਰਦੇ ਵੀ ਜਿਵੇਂ ਉਹ ਕਰਦੇ ਨੇ, ਜਿਵੇਂ ਉਹਨਾਂ ਨੇ ਜਿੱਦਾਂ ਦਾ ਪਹਿਰਾਵਾ ਕੀਤਾ ਹੋਇਆ ਸੀ ਵੀ ਉੱਦਾਂ ਦਾ ਪਹਿਰਾਵਾ ਕਰ ਲਈਏ। ਜੋ ਕਰਦੇ ਨੇ ਉਹਨਾਂ ਵਾਂਗੂ ਅਸੀਂ ਵੀ ਕਰੀਏ। ਉਹ ਕੀ ਹੈ ਵੀ ਉਹਨੂੰ ਕਹਿੰਦੇ ਮਾਇਆ ਦਾ ਰੰਗ। ਉਹ ਕੱਚਾ ਰੰਗ, ਕਸੁੰਭ ਦਾ, ਝੂਠ ਦਾ ਰੰਗ ਉਹ ਮਨ ਦੇ ਉੱਤੇ ਚੜ੍ਹ ਗਿਆ। ਉਹ ਚੜ੍ਹਿਆ ਕਿਵੇਂ? ਉਹ ਚੜ੍ਹਿਆ ਦੇਖ ਕੇ। ਉਹਨਾਂ ਨੂੰ ਜਦੋਂ ਲਗਾਤਾਰ ਦੇਖੀ ਜਾਂਦੇ ਉਹ ਰੰਗ ਉਹ ਸਾਡੇ ਮਨ ਦੇ ਉੱਤੇ ਚੜ੍ਹ ਜਾਂਦਾ। ਜਦੋਂ ਮਨ 'ਤੇ ਰੰਗ ਚੜ੍ਹ ਗਿਆ ਅਤੇ ਉਹੀਓ ਸਾਡੇ ਸਰੀਰ 'ਤੇ ਫਿਰ ਹੋ ਜਾਂਦਾ। ਪਹਿਲਾਂ ਰੰਗ ਮਨ ਦੇ ਉੱਤੇ ਚੜ੍ਹਦਾ, ਫਿਰ ਜਦੋਂ ਰੰਗ ਮਨ 'ਤੇ ਚੜ੍ਹ ਗਿਆ ਫਿਰ ਉਹਨੇ ਸਰੀਰ ਨੂੰ ਉੱਦਾਂ ਦਾ ਹੀ ਬਣਾ ਲਿਆ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਮਾਇਆ ਦਾ ਰੰਗ ਵੀ ਚੜ੍ਹਦਾ ਦੇਖ ਕੇ। ਇਹ ਕੱਚਾ ਰੰਗ ਹੈ, ਕਸੁੰਭ ਦਾ ਰੰਗ ਹੈ, ਝੂਠਾ ਹੈ। ਇਹ ਰੰਗ ਜਿੰਨਾ ਅਸੀਂ ਚੜ੍ਹਾਵਾਂਗੇ ਇਹ ਰੰਗ ਸਾਨੂੰ ਦੁੱਖ ਦੇਵੇਗਾ। ਇਹਦੇ ਵਿੱਚ ਸੁੱਖ ਨਹੀਂ ਹੈ। ਅਸੀਂ ਹੋਰ ਅਸ਼ਾਂਤ, ਹੋਰ ਦੁਖੀ ਹੋ ਜਾਵਾਂਗੇ, ਹੋਰ ਅਸੀਂ ਅਗਿਆਨੀ, ਹੋਰ ਮਨਮੁਖ, ਹੋਰ ਸਾਕਤ ਹੋ ਜਾਵਾਂਗੇ। ਅਤੇ ਜਦੋਂ ਅਸੀਂ ਮਾਲਕ ਨੂੰ ਦੇਖਦੇ, ਪਰਮਾਤਮਾ ਨੂੰ, ਫਿਰ ਦੇਖ ਕੇ ਸੱਚ ਦਾ, ਵਾਹਿਗੁਰੂ ਦਾ ਰੰਗ ਸਾਡੇ ਮਨ 'ਤੇ ਚੜ੍ਹ ਜਾਂਦਾ। ਜਦੋਂ ਉਹ ਰੰਗ ਸਾਡੇ ਮਨ 'ਤੇ ਚੜ੍ਹ ਗਿਆ ਅਤੇ ਤਾਂਹੀਓ ਫਿਰ ਆਪਣਾ ਜਿਹੜਾ ਇਹ ਸਰੀਰ ਵੀ ਜਦੋਂ ਮਨ 'ਤੇ ਰੰਗ ਚੜ੍ਹ ਜਾਂਦਾ ਅਤੇ ਫਿਰ ਉਹ ਸਰੀਰ ਕਰਕੇ ਵੀ ਗੁਰਮੁਖ ਸਾਬਤ ਸੂਰਤ ਹੋ ਜਾਂਦੀ। ਫਿਰ ਉਹ ਇਹਨਾਂ ਨੂੰ ਅੰਗਾਂ ਨੂੰ ਇਹਨਾਂ ਨੂੰ ਭੰਗ ਨਹੀਂ ਕਰਦੀ। ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਮਾਲਕ ਨੇ ਜਿੱਦਾਂ ਦਾ ਬਣਾਇਆ ਇਹਨੂੰ ਉੱਦਾਂ ਦਾ ਹੀ ਰੱਖਣਾ ਚਾਹੀਦਾ। ਮਾਲਕ ਨੇ ਕੋਈ ਕਮੀ ਥੋੜ੍ਹੀ ਛੱਡੀ ਹੈ, ਜਿੱਦਾਂ ਦਾ ਉਹਨੇ ਬਣਾਇਆ ਉਹਨੇ ਵਧੀਆ ਹੀ ਬਣਾਇਆ। ਅਤੇ ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ ਫਿਰ ਅਸੀਂ ਇਹਦੇ ਵਿੱਚ ਕੁਛ ਨਾ ਕੁਛ ਤਬਦੀਲੀ ਕਰਦੇ ਰਹਿੰਦੇ ਹਾਂ ਵੀ ਐਂ ਨਹੀਂ, ਇਹਨੂੰ ਐਂ ਕਰ ਲਈਏ, ਇਹਨੂੰ ਐਂ ਸੋਹਣਾ ਬਣਾ ਲਈਏ, ਐਂ ਕਰ ਲਈਏ। ਅਤੇ ਜੇ ਅਸੀਂ ਮਾਲਕ ਦੇ ਬਣਾਏ ਹੋਏ ਸੋਹਣੇ ਨਹੀਂ ਬਣੇ ਅਤੇ ਅਸੀਂ ਆਪ ਕਰਕੇ ਅਸੀਂ ਸੋਹਣੇ ਨਹੀਂ ਲੱਗਣ ਲੱਗੇ। ਕਿਉਂਕਿ ਸੋਹਣਾ ਤਾਂ ਅਸੀਂ ਮਨ ਨੂੰ ਕਰਨਾ, ਮਨ ਨੂੰ ਰੰਗਣਾ। ਜੇ ਸਾਡਾ ਮਨ ਹੀ ਸੋਹਣਾ ਹੋ ਗਿਆ ਅਤੇ ਇਹ ਸਰੀਰ ਤਾਂ ਆਪੇ ਹੀ ਸੋਹਣਾ ਹੋ ਜਾਣਾ। ਜੇ ਸਾਡਾ ਮਨ ਹੀ ਮੈਲਾ ਹੈ ਅਤੇ ਸਰੀਰ ਨੂੰ ਅਸੀਂ ਜਿੰਨਾ ਮਰਜ਼ੀ ਇਹਨੂੰ ਸੋਹਣਾ ਕਰੀ ਜਾਈਏ ਅਤੇ ਫਿਰ ਸਾਰਾ ਕੁਛ ਹੀ ਮੈਲਾ ਹੈ ਜੇ ਸਾਡਾ ਮਨ ਹੀ ਮੈਲਾ ਹੈ। ਮਹਾਰਾਜ ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਪਨ ਧੋਤੇ ਮਨ ਹੱਛਾ ਨਾ ਹੋਈ। ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝੇ ਕੋਈ। ਮਹਾਰਾਜ ਕਹਿੰਦੇ ਵੀ ਜੇ ਮਨ ਮੈਲਾ ਹੈ ਅਤੇ ਸਾਰਾ ਕੁਝ ਹੀ ਮੈਲਾ ਹੈ। ਇਸ ਸਰੀਰ ਨੂੰ ਜਿੰਨਾ ਮਰਜ਼ੀ ਨਿਭਾਈ ਜਾਓ, ਜਿੰਨਾ ਮਰਜ਼ੀ ਇਹਨੂੰ ਹਾਰ ਸ਼ਿੰਗਾਰ ਕਰੀ ਜਾਓ, ਜੇ ਸਾਡਾ ਮਨ ਹੀ ਮੈਲਾ ਹੈ ਅਤੇ ਇਹਨੂੰ ਧੋਣ ਦੇ ਨਾਲ ਸਾਡਾ ਮਨ ਤਾਂ ਧੋਤਾ ਨਹੀਂ ਜਾਂਦਾ। ਇਸ ਵਾਸਤੇ ਫਿਰ ਕਹਿੰਦੇ ਵੀ ਜੇ ਸਾਡਾ ਮਨ ਸ਼ੁੱਧ ਹੋ ਗਿਆ
जे मन साडा पवित्र हो गया तो फिर सारा कुछ ही शुद्ध है। भाइयों फिर आपां नूं समझाउंदे भी ये भी रंग ने माया दे, संसार दे। ये रंग जदों असीं इधर आपदी मत द्वारा चलते हैं, माया का रंग साडे मन ते चढ़ जाता, तो ये रंग जदों चढ़िया हुंदा वो साडे पति नूं भाउंदा नहीं, मालक नूं नहीं भाउंदा वो रंग। तो इस करके फिर आप जो सत्संग च आउने गुरमुखां दा संग करते, फिर वो आपां नूं दसदे भी असीं किहड़ा रंग चढ़ाउणा, किहड़ा असीं हार शिंगार करना परमात्मा नूं मिलण वास्ते। जो महाराज कहंदे कि वो शिंगार मिलन के ताई, भी असीं जिहड़ा शिंगार कीता परमात्मा नूं मिलण वास्ते कीता। ते वो शिंगार किवें हुंदा उहदे वास्ते फिर आपां नूं कहंदे भी इह सिमरन अभ्यास कर। जिउं-जिउं असीं इह सिमरन करांगे ते उहदे साडा मन सहज विच जाएगा, जिउं-जिउं सहज विच जाएगा ते उहदे फिर असीं इह मन दा जिहड़ा शिंगार इह शिंगार होएगा। जिउं-जिउं साडा मन ये शुद्ध हुंदा जाएगा तो शिंगार हुंदा जाएगा। जिन्ना मन मैला है उन्ना ही अशांत है। फिर जीव शरीर का शिंगार करी जाता, तो ये शरीर का शिंगार है माया नूं खुश करने वास्ते, काल नूं। मन का शिंगार परमात्मा नूं आपदे पति नूं खुश करने वास्ते। हुण आपां तन का तो बथेरा शिंगार कर लिया, हुण आपां मन का करना, अपने पति परमेश्वर नूं खुश करने वास्ते करना, ताकि साडी मन की छेज ते साडा पति परमेश्वर वो आ जाए, साडा ब्याह उहदे नाल हो जाए। तो वह तां ही होएगा जदों असीं ये शिंगार करांगे आपदे पति नूं भाउण वास्ते। तो वह फिर आपां नूं महाराज दसदे भी ये सिमरन अभ्यास करो, मन नूं विचारां तो फुरनियां तो रहत करो। आओ हुण किवें असीं मन नूं विचारां तो रहत करना, किवें साडे मन की ये सेज शुद्ध होनी। जदों साडे मन की सेज शुद्ध हो गई तो साडे पति ने तो आ ही जाना। इस वास्ते वो सिर्फ साडा ही देखदा, मन ही देखदे भी वो साडा मन शुद्ध है कि नहीं शुद्ध, असीं चाहुंदे भी उहनूं मिलना कि नहीं चाहुंदे। सो आओ हुण किवें साडे मन ने शुद्ध होना, उहदे वास्ते सतगुरु आपां नूं इह सिमरन अभ्यास दसदे। आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਗੁਰਮੁਖ ਪਿਆਰਿਓ ਇਸ ਤਰੀਕੇ ਨਾਲ ਆਪਾਂ ਇਸ ਸਿਮਰਨ ਕਰਦੇ ਹਾਂ ਤੇ ਉਹਦੇ ਆਪਣਾ ਮਨ ਸਹਿਜ ਵਿੱਚ ਆਉਂਦਾ। ਜਿਉਂ ਜਿਉਂ ਸਾਡਾ ਮਨ ਸਹਿਜ ਵਿੱਚ ਆਏਗਾ ਅਸੀਂ ਸਹਿਜ ਵਿੱਚ ਰਹਿਣਾ ਸ਼ੁਰੂ ਕਰਾਂਗੇ। ਫਿਰ ਇਹ ਸਹਿਜ ਵਾਲਾ ਸ਼ਿੰਗਾਰ ਸਾਡੇ ਕੰਤ ਨੂੰ ਸਾਡੇ ਪਤੀ ਨੂੰ ਭਾਉਂਦਾ ਹੈ। ਆਇਓ ਮਹਾਰਾਜ ਕਹਿੰਦੇ ਸਹਿਜ ਸ਼ਿੰਗਾਰ ਬਣਾਈਆ ਮਿੱਠਾ ਬੋਲਣੀ, ਐਰ ਰਸਾਲੂ ਤਾਂ ਮਿਲੇ ਜੇ ਗੁਰ ਕਾ ਸ਼ਬਦ ਸੁਣੀ। ਬਈ ਅਸੀਂ ਸਹਿਜ ਵਿੱਚ ਰਹਿਣਾ ਸ਼ੁਰੂ ਕੀਤਾ, ਮਿੱਠਾ ਬੋਲਣਾ ਸ਼ੁਰੂ ਕੀਤਾ, ਫਿਰ ਉਹ ਸਾਡਾ ਜਿਹੜਾ ਪਿਆਰਾ ਪਤੀ ਸੀ ਉਹ ਖੁਸ਼ ਹੋ ਗਏ। ਸੋ ਇਸ ਵਾਸਤੇ ਹੁਣ ਆਪਾਂ ਵੱਧ ਤੋਂ ਵੱਧ ਇਹ ਸਿਮਰਨ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਵਿਚਾਰਨਾ ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਪੜ੍ਹਾਂਗੇ ਖੋਜਾਂਗੇ ਤਾਂ ਸਾਡਾ ਮਨ ਧੋਤਾ ਜਾਏਗਾ। ਸਾਡੇ ਮਨ 'ਤੇ ਜਿਹੜਾ ਰੰਗ ਚੜ੍ਹਿਆ ਮਾਇਆ ਦਾ ਇਹ ਰੰਗ ਲੱਥ ਜਾਂਦਾ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ ਜਿੰਨੀ ਆਪਾਂ ਸਤ ਸੰਗਤ ਕਰਾਂਗੇ ਓਨਾ ਹੀ ਸਾਨੂੰ ਇਹ ਗਿਆਨ ਦ੍ਰਿੜ ਹੁੰਦਾ। ਜਿੰਨਾ ਸਾਨੂੰ ਗਿਆਨ ਦ੍ਰਿੜ ਹੋਏਗਾ ਓਨਾ ਹੀ ਅਸੀਂ ਆਪਦੇ ਜੀਵਨ ਦਾ ਲਾਹਾ ਖੱਟਾਂਗੇ, ਅਸੀਂ ਸੁਖੀ ਹੋ ਜਾਵਾਂਗੇ। ਇਸ ਲਈ ਮਹਾਰਾਜ ਕਹਿੰਦੇ ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ। ਬਈ ਜਦੋਂ ਸਾਨੂੰ ਸਤ ਸੰਗਤ ਮਿਲਦੀ ਸਾਨੂੰ ਗਿਆਨ ਦ੍ਰਿੜ ਹੁੰਦਾ। ਸਾਨੂੰ ਵਾਰ-ਵਾਰ ਇਹ ਸਮਝਾਇਆ ਜਾਂਦਾ ਬਈ ਪਰਮਾਤਮਾ ਨੂੰ ਭੁੱਲੋ ਨਾ, ਉਹਦਾ ਸਿਮਰਨ ਨਾ ਭੁੱਲੋ, ਸਿਮਰਨ ਹਰ ਸਮੇਂ ਕਰਦੇ ਰਹੋ। ਮਾਨਸ ਜਾਮੇ ਦਾ ਸਾਨੂੰ ਇਹੀਓ ਲਾਹਾ ਹੈ। ਮਾਰੇ ਫਰਮਾਉਂਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਮਾਨਸ ਜਾਮੇ ਦਾ ਸਾਨੂੰ ਇਹੀ ਲਾਹਾ ਹੈ। ਇਹਦੇ ਵਿੱਚ ਜੇ ਅਸੀਂ ਸਿਮਰਨ ਕਰਦੇ ਹਾਂ, ਜਿਹੜਾ ਜੀਵ ਸਿਮਰਨ ਨਹੀਂ ਕਰਦਾ ਉਹ ਆਪਦੇ ਜੀਵਨ ਦਾ ਕੋਈ ਲਾਹਾ ਨਹੀਂ ਖੱਟ ਰਿਹਾ। ਜਿਹੜਾ ਜੀਵ ਸਤ ਸੰਗਤ ਨਹੀਂ ਕਰਦਾ, ਸਤ ਸੰਗਤ 'ਚ ਨਹੀਂ ਆਉਂਦਾ, ਜੇ ਆਪਾਂ ਆਖੀਏ ਵੀ ਉਹ ਬੜਾ ਲਾਹਾ ਲੈ ਰਿਹਾ, ਉਹ ਕੋਈ ਲਾਹਾ ਨਹੀਂ ਰਹਿ ਰਿਹਾ, ਉਹਦਾ ਜੀਵਨ ਵਿਅਰਥ ਜਾ ਰਿਹਾ। ਕਿਉਂਕਿ ਮਹਾਰਾਜ ਦੱਸਦੇ ਵੀ ਲਾਹਾ ਕੀ ਹੈ। ਇੱਥੇ ਲਾਹਾ ਸੰਸਾਰ 'ਚ ਖੱਟਣ ਨੂੰ ਸਿਰਫ ਨਾਮ ਹੈ। ਜਗ ਮੈਂ ਲਾਹਾ ਏਕ ਨਾਮ, ਵੀ ਇੱਕ ਨਾਮ ਹੀ ਹੈ ਜਿਹੜਾ ਅਸੀਂ ਇੱਥੇ ਖੱਟਣਾ ਆ ਕੇ। ਨਾਮ ਧਾਰਨ ਅਸੀਂ ਪ੍ਰਾਪਤ ਕਰਨਾ ਅਤੇ ਉਹਨੇ ਸਾਡੇ ਨਾਲ ਜਾਣਾ। ਇਸ ਵਾਸਤੇ ਹੁਣ ਜਿਹੜਾ ਜੀਵ ਸਿਮਰਨ ਨਹੀਂ ਕਰਦਾ, ਸਤ ਸੰਗਤ ਨਹੀਂ ਕਰਦਾ, ਉਹਨੂੰ ਨਾਮ ਦਾ ਭੇਤ ਹੀ ਨਹੀਂ ਅਤੇ ਉਹ ਕਿੱਥੋਂ ਲਾਹਾ ਖੱਟ ਰਿਹਾ, ਉਹਦਾ ਤਾਂ ਜੀਵਨ ਹੀ ਸਾਰਾ ਵਿਅਰਥ ਜਾ ਰਿਹਾ। ਤਾਂ ਕਰਕੇ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਇਹ ਜੀਵਨ ਵਾਰ-ਵਾਰ ਨਹੀਂ ਮਿਲਦਾ, ਵੀ ਇਹਦਾ ਸਾਨੂੰ ਇਹੀ ਲਾਹਾ ਇਹੀ ਲਾਭ ਹੈ ਵੀ ਇਹਦੇ ਵਿੱਚ ਵੱਧ ਤੋਂ ਵੱਧ ਸਿਮਰਨ ਕਰ ਲਓ ਅਤੇ ਭੁੱਲੋ ਨਾ, ਯਾਦ ਰੱਖੋ ਪਰਮਾਤਮਾ ਨੂੰ, ਸਿਮਰਨ ਯਾਦ ਰੱਖੋ। ਸੋ ਇਹ ਜੋ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਹੀ ਦ੍ਰਿੜ ਕਰਦੇ ਹਾਂ, ਵਿਚਾਰ ਕਰਦੇ ਹਾਂ ਤਾਂ ਕਿ ਇਹ ਗਿਆਨ ਆਪਾਂ ਨੂੰ ਭੁੱਲੇ ਨਾ, ਸਾਨੂੰ ਦ੍ਰਿੜ ਹੋ ਜੇ, ਸਾਡੇ ਹਿਰਦੇ 'ਚ ਵਸ ਜੇ ਅਤੇ ਆਪਾਂ ਆਪਦੇ ਜੀਵਨ ਦਾ ਲਾਹਾ ਖੱਟ ਕੇ ਇੱਥੋਂ ਆਪਣੇ ਘਰ ਵਾਪਸ ਜਾਈਏ। ਕਿਉਂਕਿ ਜਾਣਾ ਤਾਂ ਹੈਗਾ ਹੀ ਹੈ, ਇਹ ਨਹੀਂ ਵੀ ਆਪਾਂ ਜਾਣਾ ਨਹੀਂ ਹੈ, ਸਭ ਨੇ ਜਾਣਾ। ਮਹਾਰਾਜ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਵੀ ਜਿਹੜਾ ਵੀ ਆਇਆ ਉਹਦੀ ਵਾਰੀ ਆਉਣੀ, ਇੱਥੋਂ ਜਾਣਾ ਹੀ ਜਾਣਾ। ਅਤੇ ਜਦੋਂ ਪਤਾ ਆਪਾਂ ਵੀ ਜਾਣਾ ਹੀ ਹੈ ਅਤੇ ਫਿਰ ਕਿਉਂ ਨਾ ਆਪਦਾ ਅੱਗਾ ਸਵਾਰ ਲਈਏ। ਜ਼ਿਆਦਾ ਹੋਵੇ ਨਾ ਵੀ ਅਸੀਂ ਪੱਕੇ ਹੀ ਰਹਿਣਾ ਜੀ ਵੀ ਅਸੀਂ ਕਿਹੜਾ ਜਾਣਾ ਇੱਥੋਂ। ਜਦੋਂ ਸਾਨੂੰ ਪਤਾ ਲੱਗ ਗਿਆ ਵੀ ਜਾਣਾ ਤਾਂ ਹੈਗਾ ਹੀ ਅਤੇ ਸਮਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਆਪਦਾ ਜਿਹੜਾ ਅੱਗਾ ਉਹ ਸਵਾਰ ਲਈਏ, ਆਪਦੇ ਘਰ ਦੇ ਵਿੱਚ ਆਉਣ ਜਾਣ ਬਣਾ ਲਈਏ। ਸੋ ਇੰਨੀਆਂ ਬੇਨਤੀਆਂ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।